ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਸਾਰਜ ਸੰਧੂ ਤੇ FIR ਦਰਜ। ਇੰਸਟਾਗ੍ਰਾਮ ਤੇ ਪਾਈਆਂ ਸਨ ਜੇਲ੍ਹ ਦੀਆਂ ਤਸਵੀਰਾਂ। ਅਕਾਲੀ ਪੁਲਿਸ ਨੇ ਬਲੌਕ ਕਰਵਾਇਆ ਸੀ ਇੰਸਟਾ ਅਕਾਊਂਟ। ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੇ ਵਿੱਚ 3 ਕਬੱਡੀ ਪ੍ਰਮੋਟਰ ਨਾਮਜ਼ਦ। ਪਰਿਵਾਰ ਨੇ ਤੁਰੰਤ ਗ੍ਰਿਫਤਾਰ ਕਰਨ ਦੀ ਕੀਤੀ ਮੰਗ। 14 ਮਾਰਚ ਨੂੰ ਹੋਇਆ ਸੀ ਸੰਦੀਪ ਦਾ ਕਤਲ। ਅੰਮ੍ਰਿਤਸਰ ਦੇ ਹਸਪਤਾਲ 'ਚੋਂ ਫਰਾਰ ਅੱਤਵਾਦੀ ਦਾ ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ। ਡਿਊਟੀ ਦੇ ਵਿੱਚ ਕੋਤਾਹੀ ਵਰਤਣ ਤੇ 4 ASI ਦੇ ਖਿਲਾਫ ਕੇਸ ਦਰਜ। ਕੱਲ ਮੈਂਟਲ ਹਸਪਤਾਲ 'ਚੋਂ ਫਰਾਰ ਹੋਇਆ ਸੀ ਦਹਿਸ਼ਤਗਰਦ ਆਸ਼ੀਸ਼ ਮਸੀਹ। ਫਿਰੋਜ਼ਪੁਰ ਦੇ ਵਿੱਚ ਰਿਸ਼ਵਤ ਲੈਣ ਵਾਲਾ ASI ਸਸਪੈਂਡ। ਥਾਣਾ ਮੱਲਾਵਾਲਾ ਦੇ ਵਿੱਚ ਤੈਨਾਤ ਸੀ ASI ਬਲਵਿੰਦਰ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਐਕਸ਼ਨ। ਸੋਨਾਲੀ ਮੌਤ ਮਾਮਲੇ ਦੇ ਵਿੱਚ ਗੋਆ ਪੁਲਿਸ ਨੂੰ ਸਬੂਤ ਦੀ ਤਲਾਸ਼। ਅੱਜ ਰੋਹਤਕ ਦੇ ਵਿੱਚ ਸੁਧੀਰ ਸੰਗਵਾਨ ਦਾ ਘਰ ਖੰਗਾਲ ਸਕਦੀ ਹੈ ਪੁਲਿਸ। ਸੁਧੀਰ ਦੀ ਪਤਨੀ ਤੋਂ ਪਰਿਵਾਰ ਤੋਂ ਕੀਤੀ ਜਾ ਸਕਦੀ ਹੈ ਪੁੱਛਗਿੱਛ। ਦਿੱਲੀ ਦੇ ਵਿੱਚ ਅੱਜ ਕਾਂਗਰਸ ਦੀ ਮਹਿੰਗਾਈ ਖਿਲਾਫ ਹੱਲਾ ਬੋਲ ਰੈਲੀ। ਰਾਮਲਲਾ ਮੈਦਾਨ ਤੋਂ ਰਾਹੁਲ ਗਾਂਧੀ ਭਰਨਗੇ ਹੁੰਕਾਰ। ਪੰਜਾਬ ਕਾਂਗਰਸ ਦੀ तमाम ਲੀਡਰਸ਼ਿਪ ਵੀ ਹੋਏਗੀ ਸ਼ਾਮਿਲ। ਅੱਜ ਧੂਰੀ ਦੌਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਲੋਕਾਂ ਨੂੰ ਦੇਣਗੇ ਵੱਡੀ ਰਾਹਤ। 2 ਟੋਲ ਪਲਾਜ਼ਾ ਕਰਾਉਣਗੇ ਬੰਦ। ਆਪ ਵਲੰਟੀਅਰਾਂ ਦੇ ਨਾਲ ਵੀ ਕਰਨਗੇ ਮੁਲਾਕਾਤ। ਫਰਜ਼ੀ ਦਸਤਾਵੇਜ਼ ਨੂੰ ਸਰਕੂਲਰ ਕਰਨ ਦੇ ਮਾਮਲੇ ਦੇ ਵਿੱਚ FIR ਦਰਜ ਹੋਣ ਤੇ ਭੜਕੇ ਰਾਜਾ ਵੜਿੰਗ। ਕਿਹਾ ਬੀਜੇਪੀ ਨੇ ਵੀ ਸ਼ੇਅਰ ਕੀਤਾ ਸੀ ਲੈਟਰ। ਫਿਰ ਬੀਜੇਪੀ ਦੇ ਖਿਲਾਫ ਕੇਸ ਕਿਉਂ ਨਹੀਂ? ਕਿ ਬੀਜੇਪੀ ਤੋਂ ਆਪ ਨੂੰ ਲੱਗਦਾ ਡਰ। ਪਾਣੀਪਤ ਦੇ ਵਿੱਚ ਜ਼ਮਾਨਤ ਤੇ ਬਾਹਰ ਆਏ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ। 15 ਦੇ ਕਰੀਬ ਬਦਮਾਸ਼ਾਂ ਨੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ। ਨੌਜਵਾਨ ਦਾ ਜੇਲ੍ਹ ਦੇ ਵਿੱਚ ਕੁਝ ਲੋਕਾਂ ਦੇ ਨਾਲ ਹੋਇਆ ਸੀ ਝਗੜਾ। ਰੋਹਤਕ ਦੇ ਵਿੱਚ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਦੇ ਵਿੱਚ ਤਾਬੜਤੋੜ ਫਾਇਰਿੰਗ। ਗੋਲੀ ਲੱਗਣ ਦੇ ਨਾਲ 4 ਨੌਜਵਾਨ ਜ਼ਖਮੀ। 2 ਧਿਰਾਂ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਮਾਮਲਾ। ਸੰਗਰੂਰ ਦੇ ਵਿੱਚ ਮਸਤੂਆਣਾ ਮੈਡੀਕਲ ਕਾਲਜ ਦੇ ਨਿਰਮਾਣ ਦਾ ਰਾਹ ਪੱਧਰਾ। ਹਾਈ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲਵੇਗੀ SGPC। ਕਮੇਟੀ ਦੀ ਜ਼ਮੀਨ ਨੂੰ ਲੈ ਕੇ ਹੋਇਆ ਸੀ ਵਿਵਾਦ। ਫਲਾਈਟ ਦੇ ਵਿੱਚ ਸਿਗਰਟ ਪੀਣ ਵਾਲੇ ਯੂਟਿਊਬਰ ਬੌਬੀ ਕਟਾਰੀਆ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ। गिरफ्तारी के लिए दिल्ली पुलिस ने कई थाएं की रेड। इंदिरा गांधी एयरपोर्ट पुलिस स्टेशन च दर्ज है FIR। क्रिकेट के फैंस के लिए आज सुपर संडे एशिया कप के विच आज फिर आमो सामने होंगे भारत ते पाकिस्तान। पिछली बार टीम इंडिया ने दर्ज की थी शानदार जित। सत श्री अकाल। समय बुलेटिन च स्वागत है। मैं तुहाडे नाल खुशरोज संधू। बुलेटिन दे विच हर वड्डी ते छोटी खबर ते नजर आएगी। शुरुआत करदे हां सब तो पहला गैंगस्टर सारज संधू तो जिस ते FIR दर्ज हुई है। दसदे कि इंस्टाग्राम ते तस्वीरां पाउण दा सारा मामला है। जिस मामले दे विच FIR दर्ज की गई है। जेल दे विच बैठ के ये तस्वीरां अपलोड कीतियां गईयां सन। बठिंडा दे कैंट थाणे दे विच ये मामला दर्ज होया। FIR दर्ज हो गई है। बठिंडा जेल च बंद गैंगस्टर सारज संधू दे वल्लों दस्सी कि पोस्टां पाईयां गईयां सन और बीते दिन ब्लॉक करवा दिता गया सी अकाउंट। इत्थे जिक्रयोग यह भी है कि इस सिद्धू मूसेवाला केस दे विच नामजद भी है सारज संधू और गैंगस्टर सारज संधू के खिलाफ हुण FIR दर्ज की गई है। दस दे कि बठिंडा के कैंट थाने दे विच मामला सारा दर्ज होया। बठिंडा जेल दे विच बंद है गैंगस्टर सारज संधू और कल अकाउंट ब्लॉक करा दिता गया सी। न्यूज़ 18 ने प्रमुखता दे नाल एक खबर दिखाई सी। जून दे विच भी सारज ते दस्से कि मामला दर्ज होया सी। इस तो पहला भी पोस्टां जिहड़ियां ने कह सकदे तस्वीरां दे नाल पोस्ट पाई गई सी और उस तो बाद जिहड़ा कह सकदे आ कि ये चर्चा दे विच आया। तब बीते दिन फिर तो सूरज पान फोन लाइन तेरे पत्रकार ज्यादा जानकारी ली। सूरज की कुछ जानकारी है मामले दे विच। देखो सराज संधू ने फोटो सी इंस्टा दे उपर अपलोड कीतियां सी। हालांकि पुलिस ने करके दिता सी कि इहदा इंस्टा हैगा वो विदेश के विच ऑपरेट हो रहा है। बठिंडा तो ऑपरेट नहीं हो रहा, जेल च ऑपरेट नहीं हो रहा, विदेश चों इसनूं ऑपरेट किया गया है। ਤੇ ਉਸ ਤੋਂ ਬਾਅਦ ਮੀਡੀਆ ਦੀਆਂ ਸੁਰਖੀਆਂ ਇਹ ਆਪ ਤਸਵੀਰਾਂ ਸੀ ਜਿਹੜੀਆਂ ਬਣੀਆਂ ਤੇ ਉਸ ਤੋਂ ਬਾਅਦ ਪੁਲਿਸ ਨੇ ਆਨੰਦ ਫਾਨਨ ਦੇ ਵਿੱਚ ਜਿਹੜਾ ਅਕਾਊਂਟ ਸੀ ਉਸ ਨੂੰ ਬਲੌਕ ਕਰ ਦਿੱਤਾ ਸੀ। ਤੇ ਉਸ ਤੋਂ ਬਾਅਦ ਅੱਜ ਪਤਾ ਲੱਗਿਆ ਕਿ ਕੱਲ ਇਸ ਦੇ ਖਿਲਾਫ ਗੈਂਗਸਟਰ ਦੇ ਖਿਲਾਫ ਪਰਚਾ ਦਰਜ ਹੋਇਆ ਹੈਗਾ ਔਰ ਉਹ ਬਠਿੰਡਾ ਦੇ ਥਾਣੇ 'ਚ ਪਰਚਾ ਦਰਜ ਹੋਇਆ। ਦੂਸਰੇ ਪਾਸੇ ਜਿਹੜੀਆਂ ਜੇਲ੍ਹਾਂ ਨੇ ਹਰ ਦਿਨ ਵਿਵਾਦ ਦਾ ਲੜਾਈ ਦਾ ਕਾਰਨ ਬਣਦੀਆਂ ਰਹਿੰਦੀਆਂ ਨੇ। ਕਿਸ ਦਿਨ ਗੈਂਗਸਟਰ ਲੜ ਪੈਂਦੇ ਨੇ, ਕਿਸੇ ਦਿਨ कैदी हवालाती लड़ पैंदे ने। तां करके बठिंडा दी जेलां ने जिहड़ियां खास तौर ते वो चर्चा च रहिंदियां ने। जी ठीक है सूरज, बने रहो साडे नाल। फिलहाल इस खबर ते शुक्रिया। सो सीधे तौर ते इस वेले सारज संधू ते एक होर FIR दर्ज हुई है। पहला भी कई मामले ने जिन्हां दे विच नामजद है या कह लईए कि सज़ा भी भुगत रहा है। तां हुण मुश्किलां होर वधियां ने। कह लईए कि जिस तरह दे नाल फोटोआं पाईयां गईयां तां उस तों बाद एक कार्रवाई हुई।
ਤਾਂ ਅੱਗੇ ਬਠਿੰਡਾ ਨੂੰ ਲੈ ਕੇ ਵੱਡੀ ਖਬਰ ਹੈ। ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਦੋ ਹਵਾਲਾਤੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ। ਹਾਈ ਸਿਕਿਉਰਿਟੀ ਜੇਲ੍ਹ ਹੈ ਬਠਿੰਡਾ ਦੀ ਕੇਂਦਰੀ ਜੇਲ੍ਹ, ਪਰ ਇੱਥੇ ਲੜਾਈ ਹੋਈ ਹੈ। ਹਵਾਲਾਤੀ ਭਿੜੇ ਨੇ ਆਪਸ ਦੇ ਵਿੱਚ ਰੋਜ਼ਾਨਾ ਦੇ ਵਾਂਗ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਹੁਣ ਫਿਰ ਤੋਂ ਹਵਾਲਾਤੀਆਂ ਦੇ ਭਿੜਨ ਦੀ ਇਹ ਖਬਰ ਆਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਆਪਣੀ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਹੈ, ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਆਪਸ ਦੇ ਵਿੱਚ ਖੈਬਾਜ਼ੀ ਹੁੰਦੀ ਹੈ ਜਾਂ ਕਹਿ ਲਈਏ ਕਿ ਗੁੱਟਬਾਜ਼ੀ ਜਿਹੜੀ ਹੈ ਉਹ ਬਣੀ ਹੁੰਦੀ ਹੈ ਜੇਲ੍ਹਾਂ ਦੇ ਵਿੱਚ ਅਮੂਮਨ ਤੌਰ ਤੇ। ਸੋ ਜਿਸ ਤੋਂ ਬਾਅਦ ਇਹ ਝੜਪਾਂ ਹੁੰਦੀਆਂ ਨੇ। ਸੋ ਜੇਲ੍ਹ ਦੇ ਵਿੱਚ ਬਠਿੰਡਾ ਕੇਂਦਰੀ ਜੇਲ੍ਹ ਹੈ ਜਿੱਥੇ ਕਿ ਇਹ ਹਵਾਲਾਤੀ ਆਪਸ ਦੇ ਵਿੱਚ ਭਿੜੇ ਨੇ। ਹਾਲਾਂਕਿ ਕਾਰਨ ਕੀ ਹੈ, ਸੂਰਜਪਾਲ ਨੇ ਸਾਡੇ ਨਾਲ ਫੋਨ ਲਾਈਨ ਤੇ। ਸੂਰਜ, ਤੁਸੀਂ ਜ਼ਿਕਰ ਵੀ ਕਰ ਰਹੇ ਸੀ ਕਿ ਹਵਾਲਾਤੀ ਭਿੜਦੇ ਨੇ ਔਰ ਅਮੂਮਨ ਤੌਰ ਤੇ ਅਸੀਂ ਵੇਖਦੇ ਵੀ ਹਾਂ ਕੀ ਕੁਝ ਇਹ ਸਾਰਾ ਮਾਮਲਾ ਜੇਲ੍ਹ ਦੇ ਵਿੱਚੋਂ ਸਾਹਮਣੇ ਆਇਆ। ਬਠਿੰਡਾ ਦੀ ਕੇਂਦਰੀ ਜੇਲ੍ਹ ਹੈ, ਹਰ ਦਿਨ ਵਿਵਾਦਾਂ 'ਚ ਰਹਿੰਦੀ ਹੈ। ਕਿਤੇ ਗੈਂਗਸਟਰ ਆਨਲਾਈਨ ਹੁੰਦੇ ਨੇ, ਕਿਤੇ ਫੋਟੋਆਂ ਪਾਉਂਦੇ ਨੇ ਤੇ ਕਿਤੇ ਇੱਥੇ ਲੜਾਈ ਦੀਆਂ ਖਬਰਾਂ ਆਉਂਦੀਆਂ ਨੇ। ਤਾਜ਼ੇ ਮਾਮਲੇ ਦੀ ਗੱਲ ਕੀਤੀ ਜਾਵੇ, ਦੋ ਹਵਾਲਾਤੀਆਂ ਦੇ ਵਿੱਚ ਝੜਪ ਹੋਈ ਹੈ, ਦੋਨੇ ਜ਼ਖਮੀ ਹੋਏ ਨੇ। ਹਾਲਾਂਕਿ ਇਲਾਜ ਦੇ ਲਈ ਲੋਕਲ ਹਸਪੀਟਲ ਜਿਹੜਾ ਜੇਲ੍ਹ ਦੇ ਅੰਦਰ ਬਣਿਆ ਹੁੰਦਾ ਉਸ ਦੇ ਵਿੱਚ ਜੇਰੇ ਇਲਾਜ ਸੀ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਬੈਰਕਾਂ 'ਚ ਛੱਡ ਦਿੱਤਾ ਗਿਆ। ਪਰ ਸਵਾਲ ਉਹੀ ਨੇ ਘੁੰਮ ਕੇ ਕਿ ਜੇਲ੍ਹਾਂ ਦੇ ਵਿੱਚ ਆਖਰ ਹੋ ਕੀ ਰਿਹਾ ਹੈ। ਕੇਂਦਰ ਦੀਆਂ ਏਜੰਸੀਆਂ ਨੇ, ਫੋਰਸਸ ਨੇ ਉੱਥੇ ਤੈਨਾਤ ਕਰ ਦਿੱਤੀਆਂ ਨੇ। ਪੁਲਿਸ ਫੋਰਸ ਬਾਹਰ ਦੀ ਜਿਹੜੀ ਉਹ ਤੈਨਾਤ ਕੀਤੀ ਗਈ ਹੈ। ਜੇਲ੍ਹ ਦਾ ਆਪਦਾ ਵੀ ਕਾਫੀ ਵੱਡਾ ਹਮਲਾ ਹੁੰਦਾ ਹੈ, ਪਰ ਹਰ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ। ਔਰ ਘਟਨਾ ਤੋਂ ਬਾਅਦ ਬੇਸ਼ੱਕ FIR ਦਰਜ ਹੁੰਦੀ ਹੈ, ਪਰ ਕੋਈ ਵੀ FIR ਬਾਅਦ ਦੇ ਵਿੱਚ ਇਨਵੈਸਟੀਗੇਟ ਨਹੀਂ ਹੁੰਦੀ ਕਿ ਆਖਿਰਕਾਰ ਵਜ੍ਹਾ ਕੀ ਸੀ, ਜਾਂ ਕਿਸ ਗੱਲ ਕਰਕੇ ਲੜਾਈ ਹੋਈ, ਜਾਂ ਕਿਸ ਗੱਲ ਕਰਕੇ ਅੰਦਰੋਂ ਮੋਬਾਈਲ ਫੋਨ ਬਰਾਮਦ ਹੋਏ। ਸਿਰਫ ਖਾਨਾ ਪੂਰਤੀ ਦੇ ਲਈ ਪੁਲਿਸ ਹੈ ਜਿਹੜੀ ਉਹ ਪਰਚੇ ਦਰਜ ਕਰਦੀ ਹੈ ਔਰ ਪਰਚਿਆਂ ਦੀ ਗਿਣਤੀ ਜ਼ਰੂਰ ਵੱਧ ਰਹੀ ਹੈ, ਪਰ ਦੂਸਰੇ ਪਾਸੇ ਘਟਨਾਵਾਂ ਨੇ ਜਿਹੜੀਆਂ ਉਹ ਦਿਨੋਂ ਦਿਨ ਵੱਧ ਰਹੀਆਂ ਨੇ। ਬਿਲਕੁਲ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਦੀ ਲੋੜ ਹੈ। ਸ਼ੁਕਰੀਆ ਸੂਰਜ, तमाम ਜਾਣਕਾਰੀ ਦੇ ਲਈ ਧੰਨਵਾਦ ਹੈ। ਤਾਂ ਹਵਾਲਾਤੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ, ਕਾਰਨ ਅਜੇ ਸਾਹਮਣੇ ਨਹੀਂ ਆਇਆ, ਪਰ ਫਿਲਹਾਲ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ। ਅੱਗੇ ਵਧਿਆ ਤਾਂ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੇ ਵਿੱਚ ਅਹਿਮ ਖਬਰ ਹੈ। 3 ਕਬੱਡੀ ਪ੍ਰਮੋਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸੂਰਜ ਸਿੰਘ ਚੱਠਾ, ਸੁੱਖਾ ਮਾਨ ਅਤੇ ਸਰਬਜੀਤ ਸੱਤਾ ਨਾਮਜ਼ਦ ਕੀਤਾ ਗਿਆ। ਸੋ ਸੰਦੀਪ ਨੰਗਲ ਅੰਬੀਆਂ ਦਾ ਕਿਸ ਤਰ੍ਹਾਂ ਦੇ ਨਾਲ ਕਬੱਡੀ ਦੇ ਮੈਦਾਨ 'ਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਸੋ ਇਸ ਮਾਮਲੇ ਦੇ ਵਿੱਚ 3 ਲੋਕ ਨਾਮਜ਼ਦ ਕੀਤੇ ਗਏ ਨੇ, ਉਹ ਕਬੱਡੀ ਪ੍ਰਮੋਟਰ ਨੇ। ਪਰਿਵਾਰ ਨੇ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਹੈ ਕਿ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਇਹ ਕਤਲ ਮਾਰਚ ਦੇ ਵਿੱਚ ਹੋਇਆ ਸੀ ਔਰ ਉਸ ਤੋਂ ਬਾਅਦ ਇਹ ਸੁਰਖੀਆਂ ਦੇ ਵਿੱਚ ਵੀ ਰਿਹਾ ਕਿ ਸ਼ਰੇਆਮ ਕਿਸ ਤਰ੍ਹਾਂ ਦੇ ਨਾਲ ਕਬੱਡੀ ਖਿਡਾਰੀਆਂ ਦਾ ਕਤਲ ਕੀਤਾ ਜਾ ਰਿਹਾ। ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ, ਸ਼ਰੇਆਮ ਗੋਲੀਆਂ ਚੱਲਦੀਆਂ ਦੀ ਆਵਾਜ਼ ਉਸ ਦੇ ਵਿੱਚ ਸੁਣਾਈ ਦੇ ਰਹੀ ਸੀ। ਤਾਂ ਹੁਣ 3 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਸੁਰਜਨ ਸਿੰਘ ਚੱਠਾ, ਸੁੱਖਾ ਮਾਨ ਅਤੇ ਸਰਬਜੀਤ ਸੱਤਾ ਇਹਨਾਂ ਦਾ ਨਾਮ ਹੈ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ। ਪਰਿਵਾਰ ਦੇ ਵੱਲੋਂ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 14 ਮਾਰਚ ਨੂੰ ਮੱਲੀਆਂ ਖੁਰਦ ਦੇ ਵਿੱਚ ਸੰਦੀਪ ਦਾ ਕਤਲ ਹੋਇਆ ਸੀ। ਕਤਲ ਮਾਮਲੇ 'ਚ ਹੁਣ ਤੱਕ 9 ਲੋਕ ਗ੍ਰਿਫਤਾਰ ਹੋ ਚੁੱਕੇ ਨੇ, ਤਾਂ ਹੁਣ 3 ਹੋਰ ਲੋਕ ਨਾਮਜ਼ਦ ਹੋਏ ਨੇ ਔਰ ਪਰਿਵਾਰ ਇੱਥੇ ਮੰਗ ਕਰ ਰਿਹਾ ਕਿ ਆਖਰਕਾਰ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਹਾਲਾਂਕਿ ਇਹ ਕਿਸ ਤਰ੍ਹਾਂ ਦੇ ਨਾਲ ਕਿਉਂ ਕਤਲ ਹੋਇਆ ਇਸ ਨੂੰ ਲੈ ਕੇ ਵੀ ਜਾਂਚ ਹੋ ਰਹੀ ਹੈ, ਪਰ 9 ਲੋਕਾਂ ਦੀ ਪਹਿਲਾਂ ਗ੍ਰਿਫਤਾਰੀ ਹੋ ਚੁੱਕੀ ਹੈ। ਕਬੱਡੀ ਖਿਡਾਰੀਆਂ ਦਾ ਕਤਲ, ਆਮ ਲੋਕਾਂ ਦਾ ਖਤਰ, ਖਾਸ ਤੌਰ ਤੇ ਗੈਂਗਸਟਰਵਾਦ ਦੀ ਗੱਲ ਕੀਤੀ ਜਾਵੇ ਉਹ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਵੱਧ ਰਿਹਾ ਹੈ। ਸ਼ਰੇਆਮ ਗੋਲੀਆਂ ਮਾਰ ਕੇ ਜਿਹੜਾ ਹੈ ਮਾਰ ਦਿੱਤਾ ਜਾਂਦਾ ਹੈ। ਤਾਂ ਅਜਿਹੀਆਂ ਘਟਨਾਵਾਂ, ਖਾਸ ਤੌਰ ਤੇ ਅਜਿਹੀਆਂ ਹਾਈ ਪ੍ਰੋਫਾਈਲ ਘਟਨਾਵਾਂ ਜਿਹੜੀਆਂ ਨੇ ਉਹ ਕਈ ਵਾਪਰੀਆਂ ਨੇ, ਜਿਸ ਨੂੰ ਲੈ ਕੇ ਸਵਾਲ ਵੀ ਉੱਠਦੇ ਆਏ ਨੇ ਸਮੇਂ-ਸਮੇਂ ਤੇ। ਪਰ ਜੇਕਰ ਸੰਦੀਪ ਨੰਗਲ ਅੰਬੀਆਂ ਦੀ ਗੱਲ ਕੀਤੀ ਜਾਵੇ ਤਾਂ ਕਬੱਡੀ ਖਿਡਾਰੀ ਜਿਸ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਖੇਡ ਦੇ ਮੈਦਾਨ ਦੇ ਵਿੱਚ, ਕਬੱਡੀ ਦੇ ਮੈਦਾਨ ਦੇ ਵਿੱਚ, ਉਸ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਈ ਸੀ ਜੋ ਸਕਰੀਨ ਤੇ ਦਿਖਾ ਰਹੇ ਹਾਂ। ਤਾਂ ਹੁਣ ਇਹ 3 ਲੋਕਾਂ ਦੀ ਨਾਮਜ਼ਦਗੀ। ਫੋਨ ਲਾਈਨ ਤੇ ਮਨੋਜ ਰਾਠੀ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ। ਮਨੋਜ, ਕੀ ਕੁਝ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ? ਦੇਖੋ ਗੁੱਡੋ, ਇਹਦੇ ਵਿੱਚ ਨਕੋਦਰ ਪੁਲਿਸ ਸਟੇਸ਼ਨ 'ਚ 3 ਜਿਹੜੇ ਵੱਡੇ ਪ੍ਰਮੋਟਰਸ ਨੇ ਕਬੱਡੀ ਦੇ, ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ 15 ਮਾਰਚ ਨੂੰ ਮਰਡਰ ਹੋਇਆ ਸੀਗਾ ਸੰਦੀਪ ਦਾ। ਉਸ ਤੋਂ ਬਾਅਦ ਲਗਾਤਾਰ ਇਹਦੇ ਵਿੱਚ ਹੁਣ ਤੱਕ ਦੇ ਅਸੀਂ ਗੱਲ ਕਰੀਏ 9 ਗ੍ਰਿਫਤਾਰੀਆਂ ਹੋ ਚੁੱਕੀਆਂ ਤੇ ਇਹ ਜਿਹੜੇ 3 ਪ੍ਰਮੋਟਰਸ ਨੇ ਕਬੱਡੀ ਦੇ ਵੱਡੇ ਨਾਂ ਨੇ, ਜਿਹਦੇ ਵਿੱਚ ਇੱਕ ਮੋਹਾਲੀ ਦਾ ਰਹਿਣ ਵਾਲਾ ਹੈ। ਤੇ ਉਸ ਤੋਂ ਬਾਅਦ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਫੋਰਸ ਦੇ ਰਹੇ ਕਿ ਜਿਹੜਾ ਪਰਿਵਾਰਿਕ ਮੈਂਬਰਸ ਨੇ ਉਹ ਲਗਾਤਾਰ ਇਹ ਕੰਪਲੇਂਟ ਕਰ ਰਹੇ ਸੀਗੇ, ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਇਹ ਜਿਹੜੇ 3 ਹੈ ਇਹਨਾਂ ਦੀ ਇਨਵੋਲਵਮੈਂਟ ਜਿਹੜੀ ਹੈਗੀ, ਇਹਨਾਂ ਦੀ ਸ਼ਾਮਲੀਅਤ ਜਿਹੜੀ ਹੈਗੀ ਉਹ ਇਹਦੇ ਵਿੱਚ ਜ਼ਰੂਰ ਹੈ, ਜਿਹਨੂੰ ਲੈ ਕੇ ਵੈਰੀਫਾਈ ਕੀਤਾ ਗਿਆ, ਇਨਵੈਸਟੀਗੇਸ਼ਨ ਕੀਤੀ ਗਈ ਔਰ ਉਸ ਤੋਂ ਬਾਅਦ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ। ਨਾਮਜ਼ਦ ਕਰਨ ਤੋਂ ਬਾਅਦ ਹੁਣ ਹਾਲਾਂਕਿ ਜੇ ਇਸ ਮਾਮਲੇ 'ਚ ਜਿਹੜੀ ਗ੍ਰਿਫਤਾਰੀ ਨਹੀਂ ਹੋਈ ਹੈ, ਪਰਿਵਾਰਿਕ ਮੈਂਬਰ ਜਿਹੜੇ ਹੈਗੇ ਉਹ ਕਹਿੰਦੇ ਨਜ਼ਰ ਆ ਰਹੇ ਕਿ ਜਲਦ ਤੋਂ ਜਲਦ ਇਹਨਾਂ ਦੀ ਗ੍ਰਿਫਤਾਰੀ ਹੋਏ। ਸੰਦੀਪ ਅੰਬੀਆਂ ਦਾ ਜਿਹੜਾ ਮਰਡਰ ਹੋਇਆ ਕਿਉਂ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। 14 ਮਾਰਚ ਨੂੰ ਇਹ ਮਰਡਰ ਹੋਇਆ ਸੀਗਾ। ਉਸ ਤੋਂ ਬਾਅਦ ਜਦ ਇਨਵੈਸਟੀਗੇਸ਼ਨ ਹੁਣ ਲਗਾਤਾਰ ਹੋ ਰਹੀ ਹੈ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਪਸੀ ਜਿਹੜੀ ਰੰਜਿਸ਼ ਹੈ, ਕਿਉਂਕਿ ਕਬੱਡੀ
ਦੇ ਵਿੱਚ ਜਿਹੜਾ ਸੰਦੀਪ ਦਾ ਬਹੁਤ ਵੱਡਾ ਨਾਂ ਸੀਗਾ, ਕਾਫੀ ਉਹਦੀ ਜਿਹੜੀ ਹੈਗੀ ਚਰਚਾ ਵੀ ਸੀਗੀ, ਕਾਫੀ ਵਧੀਆ ਖਿਡਾਰੀ ਸੀਗਾ। ਤੇ ਇਹਦੇ ਕਰਕੇ ਜਿਹੜਾ ਗਰੁੱਪਿਜ਼ਮ ਜਿਹੜਾ ਹੈ ਉਹ ਕਾਫੀ ਹੈਵੀ ਹੋ ਚੁੱਕਿਆ ਸੀਗਾ, ਕਿਉਂਕਿ ਦੂਜੇ ਜਿਹੜੇ ਗਰੁੱਪਸ ਨੇ ਉਹ ਜਿਹੜੇ ਉਹਨਾਂ ਦੇ ਨਾਲ ਕਾਫੀ ਇਹਨਾਂ ਦੀ ਜਿਹੜੀ ਟੈਸ਼ਨਬਾਜ਼ੀ ਚੱਲ ਰਹੀ ਸੀ, ਜਿਹਦੇ ਕਰਕੇ ਇਹਦਾ ਜਿਹੜਾ 14 ਮਾਰਚ ਨੂੰ ਉਹਦਾ ਮਰਡਰ ਹੋਇਆ ਸੀ। ਹਾਲਾਂਕਿ FIR ਨੰਬਰ 42 ਨਕੋਦਰ ਥਾਣੇ 'ਚ ਇਹ ਮਾਮਲਾ ਦਰਜ ਹੋਇਆ ਸੀ। ਤੇ ਹੁਣ ਵੱਡੀ ਗੱਲ ਹੈ ਕਿ ਤਿੰਨ ਜਿਹੜੇ ਲੋਕ ਨੇ, ਵੱਡੇ ਪ੍ਰਮੋਟਰਸ ਨੇ ਕਬੱਡੀ ਦੇ ਨਾਂ ਤੇ ਪੰਜਾਬ ਦੇ, ਉਹਨਾਂ ਨੂੰ ਨਾਮਜ਼ਦ ਕੀਤਾ ਹੈ ਤੇ ਕਹਿ ਸਕਦੇ ਹਾਂ ਕਿ ਜਲਦ ਤੋਂ ਜਲਦ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਇਸ ਪੂਰੇ ਮਾਮਲੇ 'ਚ ਹੋਣ ਵਾਲੀ ਹੈ। ठीक है, धन्यवाद है मनोज, शुक्रिया तमाम जानकारी के लिए। तो परिवार भी यही मंग कर रहा है कि फौरी गिरफ्तारी होनी चाहिए और जो जानकारी दी है मनोज ने कि परिवार लगातार मंग कर रहा है कि इन्हां तिन्नां लोकां दी इन्वॉल्वमेंट है, तो इस दे चलदे कह सकते हैं कि इन्हां नूं नामजद भी किया गया। अगे वधदे हां तां साबका सीएम प्रकाश सिंह बादल नूं लैके वड्डी खबर आ रही है। प्रकाश सिंह बादल की सेहत दे नाल जुड़ी वड्डी खबर है। साबका सीएम प्रकाश सिंह बादल नूं PGI भर्ती किया गया। रूटीन चैकअप है, रूटीन चैकअप दे लई दाखिल कराया गया है। PGI दे विच दाखिल कराया गया। दस दईए कि प्रकाश सिंह बादल की उम्र 94 साल है। सो 2 दिन बुखार रहने तो बाद कल उन्हां नूं भर्ती कराया गया सी। सो लोड़ींदी मैडिकल टैसट जिहड़े ने ओह करवाए जा रहे हैं। इस तो पहला भी उन्हां नूं भर्ती कराया गया सी हॉस्पिटल दे विच। तां उस वेले भी 2 तो 3 दिन जिहड़े ने ओह हॉस्पिटल च रहे सन। तां उस वेले भी सुखबीर सिंह बादल की स्टेटमेंट सामने आई सी कि सिर्फ एक रूटीन चैकअप है, रूटीन दे टेस्ट ने जिहड़े करवाए जाते हैं। सो उसे दे चलदे ही दाखिल कराया गया। तां हुण जानकारी की है, अमन भारद्वाज ने साडे नाल। अमन की कुछ जानकारी है? देखो गुरजोत, ये जानकारी मिली है कि प्रकाश सिंह बादल होनी जो साबका सीएम ने, उन्होंने सेहत पहला नालों हुण बैटर हुई है जो पिछले 2 दिनों के अंदर, क्योंकि 2 दिन पहला उन्होंने बुखार सीगा, ये गलबात होके पता लग गया है। और इसी बुखार के चलते उन्होंने सेहत जी है वो थोड़ी ढिली सी। PGI और रूटीन चैकअप लिए आए थे, जिथे उन्होंने बाकी टेस्ट करवाने सीगे, इस करके उन्होंने भर्ती कर लिया गया, उत्थे एडमिट करके बाकी टेस्ट करवाए जा रहे हैं। और कल दिन वो PGI पहुंचे सी और अज भी कुछ टेस्ट ने और अज भी रूटीन टेस्ट जिहड़े ने वो करवाए जा रहे हैं। और पहला नालों ये दस्सिया जा रहा है जो सीनियर अकाली लीडर ने कि पहला नालों उन्होंने सेहत बैटर हुई है, पर माइनर बुखार के चलते और रूटीन चैकअप के चलते वो PGI पहुंचे सीगे और बाकी रूटीन के चैकअप जिहड़े ने वो करवाए जा रहे हैं। और बाकी भी गलबात जिहड़ी है, चाहे अकाली लीडर ने जिहड़े उन्हां दे नाल पुराने जुड़े हुए ने, उन्हां नाल गलबात कर रहे हैं। उन्हां दी सेहत बाबत हर कोई जानकारी जिहड़ी है वो PGI पहुंच के ले रहा है। गुरजोत जी बिल्कुल, क्योंकि इस तो पहला भी अमन जिक्र किया जाए तो कुछ समय पहला भी वो भर्ती हुए सन, 2 तो 3 दिन रहे थे। उस वेले बड़े लीडर भी आए, हरियाणा तो भी आए, जो हाल चाल जानिया गया तो हुण फिर तो उन्होंने सेहत कह सकते कि ढिली हुई है, क्योंकि 94 साल की उम्र है। सुभाविक तौर पर उम्र के लिहाज के नाल जिहड़ी है वो तबीयत बिगड़ती भी है। सो होर की कुछ जानकारी जिहड़ी, हालांकि तुसीं दस रहे हो कि सेहत दे विच सुधार है? बिल्कुल गुरजोत, क्योंकि पहला जो पिछली दफा उन्होंने एडमिट करवाया गया सीगा, उस वेले हार्ट ते या होर तरीके दी इस तरीके दे सिम्पटम सीगे, उस रिलेटेड प्रॉब्लम जिहड़ी है वो उन्होंने आ रही सीगी। और लाजमी तौर ते 94 साल क्योंकि उम्र है, उन्होंने खाने पीने तो लेके उन्होंने जिस तरीके दी प्रॉब्लम्स है उस सब दे दरमियान उन्होंने ध्यान रखा जाता है किस तरीके का खाना पीना है। और ये भी गुरजोत एक इस दे अंदर पॉइंट है कि वो पुराने ही ਜਦੋਂ ਸਾਡੇ ਅਕਾਲੀ ਲੀਡਰ ਨਾਲ ਗੱਲਬਾਤ ਹੋ ਰਹੀ ਸੀ ਕਿ ਉਹ ਪੁਰਾਣੇ ਹੀ PGI ਆਉਂਦੇ ਨੇ, ਜਦੋਂ ਉਹਨਾਂ ਨੂੰ ਕੋਈ ਮਾਈਨਰ ਪ੍ਰੋਬਲਮ ਹੋਵੇ ਜਾਂ ਕੋਈ ਮੇਜਰ ਹੋਵੇ, ਕਿਸ ਤਰੀਕੇ ਦੀ ਵੀ, ਚਾਹੇ ਹਲਕਾ ਬੁਖਾਰ ਵੀ ਹੈ, ਤਾਂ ਉਹ PGI ਹੀ ਭਰੋਸਾ ਰੱਖਦੇ ਨੇ ਕਿ PGI ਆ ਕੇ ਉਹਨਾਂ ਦੇ ਜਿਹੜੇ ਡਾਕਟਰਸ ਨੇ, ਪੁਰਾਣੇ ਜਾਣਕਾਰ ਨੇ, ਪੁਰਾਣੇ ਡਾਕਟਰ ਨੇ ਜਿਹੜੇ ਉਹਨਾਂ ਦੇ, ਤਾਂ ਉਹਨਾਂ ਤੋਂ ਹੀ ਆ ਕੇ ਉਹ ਟ੍ਰੀਟਮੈਂਟ ਲੈਂਦੇ ਨੇ, ਉਹਨਾਂ ਤੋਂ ਹੀ ਆ ਕੇ ਚੈੱਕਅਪ ਜਿਹੜਾ ਹੈ ਉਹ ਕਰਵਾਉਂਦੇ ਨੇ। ਤਾਂ PGI ਆ ਕੇ, ਚਾਹੇ ਉਹ ਨਹਿਰੂ ਹਸਪੀਟਲ ਕਿਉਂਕਿ ਪਿਛਲੀ ਦਫਾ ਵੀ ਦਾਖਲ ਸੀਗੇ, ਤਾਂ ਚਾਹੇ उन्होंने रूटीन चैकअप करवाना है, चाहे कोई इलाज करवाना है, तो PGI ही एक अजिही थां है जिथे प्रकाश सिंह बादल होनी आके जेरे गौर रहंदे ने और अपना इलाज जिहड़ा है वो करवाउंदे ने। और इस बार खास करके क्योंकि 2 दिन दस्से जा रहे कि बुखार सीगा 2 दिन पहला और कल आके वो एडमिट होए ने, डॉक्टर्स ने उन्होंने प्रिस्क्राइब किया है कि हाँ तुसी डाइट लेनी है और मेडिसिन जिहड़ी है वो दित्ती है, क्योंकि माइनर बुखार हालांकि है, तो बाकी टेस्ट किए जा रहे हैं कि होर तरीके की कोई प्रॉब्लम ना हो जिसके सिम्पटम्स
ਬੁਖਾਰ ਨਾਲ ਰਿਲੇਟਡ ਹੁੰਦੇ ਨੇ ਔਰ ਉਹਨਾਂ ਦੇ ਖਾਣ ਪੀਣ ਨੂੰ ਲੈ ਕੇ ਔਰ ਮੌਸਮ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਧਿਆਨ ਜਿਹੜਾ ਹੈ ਗੁਰਜੋਤ ਉਹ ਰੱਖਿਆ ਜਾ ਰਿਹਾ ਹੈ। ਔਰ ਬਾਕੀ ਕਿਉਂਕਿ ਸਿਆਸੀ ਤੌਰ ਤੇ ਵੀ ਜਿਸ ਤਰੀਕੇ ਦਾ ਉਹਨਾਂ ਦਾ ਰਸੂਖ ਹੈ ਤਾਂ ਕਈ ਅਕਾਲੀ ਲੀਡਰ ਵੀ ਇਸ ਬਾਬਤ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਦੇ ਜਿਹੜੇ ਪਰਿਵਾਰਿਕ ਲੋਕ ਉੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਔਰ ਇਹੀ ਹੁਣ ਤੱਕ ਪਤਾ ਲੱਗਿਆ ਕਿ ਰੂਟੀਨ ਚੈੱਕਅਪ ਲਈ ਹਲਕਾ ਬੁਖਾਰ ਸੀਗਾ, ਇਸ ਲਈ ਪੀਜੀਆਈ ਦਾਖਲ ਹੋਏ ਨੇ ਪਿਛਲੇ 24 ਘੰਟਿਆਂ ਦੇ ਅੰਦਰ ਔਰ ਉਸ ਤੋਂ ਬਾਅਦ ਬਾਕੀ ਜਿਹੜੇ ਟੈਸਟ ਨੇ ਉਹ ਕਰਵਾਏ ਜਾ ਰਹੇ ਨੇ। ਡਾਕਟਰ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕੱਲ ਡਿਪਟੀ ਸੀਐਮ ਸਾਬਕਾ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਵੀ ਇੱਕ ਪਾਸੇ ਜਿੱਥੇ ਮੀਟਿੰਗਸ ਕੀਤੀਆਂ ਜਾ ਰਹੀ ਸੀ ਉੱਥੇ ਦੂਜੇ ਪਾਸੇ ਪੀਜੀਆਈ ਤੇ ਡਾਕਟਰਸ ਨਾਲ ਵੀ ਗੱਲਬਾਤ ਕੀਤੀ ਗਈ ਸੀ ਕਿ ਕਿਸ ਤਰੀਕੇ ਦਾ ਟੈਸਟ ਹੋਏ ਨੇ ਔਰ ਟੈਸਟ ਦੇ ਅੰਦਰ ਕੀ ਕੁਝ ਆਇਆ ਹੈ, ਕੀ ਕੁਝ ਉਹ ਖਾ ਰਹੇ ਨੇ, ਤਾਂ ਇਨ ਸਭ ਦੇ ਬਾਬਤ ਜਿਹੜੀ ਹੈ ਉਹ ਜਾਣਕਾਰੀ ਲਿੱਤੀ ਜਾ ਰਹੀ ਸੀਗੀ ਔਰ ਅਪਡੇਟ ਜਿਹੜੀ ਹੈ ਰੱਖੀ ਜਾ ਰਹੀ ਹੈ ਔਰ ਡਾਕਟਰਸ ਵੀ ਇੱਕ ਪਾਸੇ ਜਿਹੜਾ ਹੈ ਉਹਨਾਂ ਨੂੰ ਬਿਹਤਰ ਟ੍ਰੀਟਮੈਂਟ ਦੇ ਰਹੇ ਨੇ, ਬਿਹਤਰ ਦਵਾਈ ਔਰ ਗੌਰ ਕਰਕੇ ਜਿਹੜਾ ਹੈ ਉਹ ਰੱਖ ਰਹੇ ਨੇ। ਬਿਲਕੁਲ ਅਮਨ, ਧੰਨਵਾਦ ਹੈ ਤਮਾਮ ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਜੇਕਰ ਬੁਖਾਰ ਹੁੰਦਾ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਮੁਸ਼ਕਿਲ ਨਜ਼ਰ ਆਉਂਦੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਆ ਚੁੱਕੀਆਂ, ਖਾਸ ਤੌਰ ਤੇ ਕੋਵਿਡ ਦਾ ਜ਼ਿਕਰ ਕਰਾਂਗੇ, ਪਰ ਫਿਲਹਾਲ ਬੁਖਾਰ ਜਿਹੜਾ ਹੈ ਉਸ ਦੇ ਵਿੱਚ ਸੁਧਾਰ ਹੈ। ਜੋ ਜਾਣਕਾਰੀ ਸਾਹਮਣੇ ਆਈ ਹੈ ਰੂਟੀਨ ਚੈੱਕਅਪ ਦੇ ਲਈ ਪੀਜੀਆਈ ਗਏ ਸਨ ਪਰ ਹੁਣ ਉੱਥੇ ਐਡਮਿਟ ਉਹਨਾਂ ਨੂੰ ਕਰ ਲਿਆ ਗਿਆ। ਅੱਗੇ ਵਧਾਂਗੇ ਤਾਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਲੁਧਿਆਣਾ ਸੈਸ਼ਨ ਕੋਰਟ ਦੇ ਵਿੱਚ ਦੱਸਦੀ ਹੈ ਕਿ ਉਹਨਾਂ ਨੇ ਪਟੀਸ਼ਨ ਪਾਈ ਹੈ, ਜ਼ਮਾਨਤ ਦੇ ਲਈ ਪਟੀਸ਼ਨ ਪਾਈ ਹੈ। ਜ਼ਮਾਨਤ ਅਰਜ਼ੀ ਤੇ 7 ਸਤੰਬਰ ਨੂੰ ਸੁਣਵਾਈ ਹੋਏਗੀ। ਲੁਧਿਆਣਾ ਸੈਸ਼ਨ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ। ਵਿਜੀਲੈਂਸ ਦੀ ਕਸਟਡੀ ਦੇ ਵਿੱਚ ਨੇ ਲੰਬੇ ਸਮੇਂ ਤੋਂ, ਉਸ ਤੋਂ ਬਾਅਦ ਰਿਮਾਂਡ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਕੋਰਟ ਨੇ ਦੱਸਿਆ ਕਿ ਵਿਜੀਲੈਂਸ ਤੋਂ ਵੀ ਕਹਿ ਸਕਦੇ ਆ ਕਿ ਇਸ ਦੇ ਬਾਬਤ ਜਿਹੜੀ ਹੈ ਉਹ ਜਾਣਕਾਰੀ ਮੰਗੀ ਹੈ ਔਰ ਖਾਸ ਤੌਰ ਤੇ ਇਸ ਨੂੰ ਲੈ ਕੇ ਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਸਿਆਸੀ ਹੰਗਾਮਾ ਹੋਇਆ ਸਭ ਨੇ ਵੇਖਿਆ ਪਿਛਲੇ ਦਿਨਾਂ ਦੇ ਵਿੱਚ। ਤਾਂ ਹੁਣ ਜ਼ਮਾਨਤ ਅਰਜ਼ੀ ਜਿਹੜੀ ਹੈ ਉਹ ਲਗਾਈ ਗਈ ਹੈ, ਜ਼ਮਾਨਤ ਅਰਜ਼ੀ ਪਾਈ ਗਈ ਹੈ ਪਟੀਸ਼ਨ ਔਰ 7 ਸਤੰਬਰ ਨੂੰ ਇਸ ਤੇ ਸੁਣਵਾਈ ਹੋਏਗੀ। ਕੋਰਟ ਨੇ ਵਿਜੀਲੈਂਸ ਤੋਂ ਵੀ ਰਿਕਾਰਡ ਮੰਗਿਆ। ਟਰਾਂਸਪੋਰਟੇਸ਼ਨ ਟੈਂਡਰ ਘੋਟਾਲੇ ਦੇ ਵਿੱਚ ਜੇਲ੍ਹ 'ਚ ਬੰਦ ਨੇ ਆਸ਼ੂ ਔਰ ਪਹਿਲਾਂ ਰਿਮਾਂਡ ਦੇ ਦੌਰਾਨ ਪੁੱਛਗਿੱਛ ਹੋਈ ਹੈ, ਸਵਾਲ ਜਵਾਬ ਹੋਏ ਨੇ ਪਰ ਹੁਣ ਤੱਕ ਜੋ ਪੁਖਤਾ ਜਾਣਕਾਰੀ ਹੈ ਕਿ ਬਹੁਤਾ ਕੋਈ ਵੱਡਾ ਸਬੂਤ ਵੀ ਹੱਥ ਨਹੀਂ ਲੱਗਾ। ਇਹ ਵੀ ਜਾਣਕਾਰੀਆਂ ਲਗਾਤਾਰ ਆ ਰਹੀਆਂ ਨੇ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਉਂਦੀ ਹੈ। ਸੋ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਇਹ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਰੋਹਿਤ ਗੌਡ ਨੇ ਫੋਨ ਲਾਈਨ ਤੇ ਸਾਡੇ ਨਾਲ। ਰੋਹਿਤ, ਕੀ ਕੁਝ ਜਾਣਕਾਰੀ ਹੈ? ਜੀ ਬਿਲਕੁਲ ਗੁਰਜੋਤ, ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਬੀਤੇ ਦਿਨ ਹੀ ਇਹ ਅਰਜ਼ੀ ਜਿਹੜੀ ਹੈ ਲੁਧਿਆਣਾ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਔਰ ਇਸ ਅਰਜ਼ੀ ਦੇ ਵਿੱਚ ਸਾਫ਼ ਤੌਰ ਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਦੇ ਜਿਹੜੇ ਵਕੀਲ ਹੈਗੇ ਉਹਨਾਂ ਨੇ ਇਸ ਚੀਜ਼ ਦੀ ਮਾਨਯੋਗ ਅਦਾਲਤ ਅੱਗੇ ਅਪੀਲ ਕੀਤੀ ਹੈ ਕਿ ਜਿਹੜੇ ਵਿਜੀਲੈਂਸ ਪੱਖੋਂ ਰੱਖੇ ਗਏ ਤੱਥ ਹੈਗੇ ਨੇ ਉਹ ਕਿਤੇ ਵੀ ਇਹ ਸਾਬਿਤ ਨਹੀਂ ਕਰਦੇ ਨੇ ਕਿ ਇਸ ਘੁਟਾਲੇ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਭੂਸ਼ਣ ਆਸ਼ੂ ਸ਼ਾਮਿਲ ਹੈਗੇ ਨੇ। ਦੂਜੇ ਪਾਸੇ ਜਿਹੜੇ ਮੇਨ ਜਿਹੜਾ ਹੈਗਾ ਜਿਸ ਦੇ ਉੱਤੇ ਪੂਰਾ ਕੇਸ ਟਿਕਿਆ ਹੋਇਆ ਉਹ ਹੈਗਾ ਮੀਨੂ ਮਲਹੋਤਰਾ, ਕਿਉਂਕਿ ਮੀਨੂ ਮਲਹੋਤਰਾ ਹੀ ਮੇਨ ਅਕਿਊਜ਼ ਕਿਤੇ ਨਾ ਕਿਤੇ ਮੰਨਿਆ ਜਾਂਦਾ। ਜਦ ਤੱਕ ਉਸਦੀ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਕਿਸੇ ਵੀ ਪਾਸਿਓਂ ਭਾਰਤ ਭੂਸ਼ਣ ਆਸ਼ੂ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਜਾ ਸਕਦਾ ਹੈ। ਤਾਂ ਇਸੇ ਕਰਕੇ ਕਿਤੇ ਨਾ ਕਿਤੇ ਭਾਰਤ ਭੂਸ਼ਣ ਆਸ਼ੂ ਦੇ ਵਕੀਲ ਪੱਖੋਂ ਇਸ ਲੁਧਿਆਣਾ ਕੋਰਟ ਦੇ ਵਿੱਚ ਹੁਣ ਇਹ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਗਈ ਹੈ ਔਰ ਮਾਨਯੋਗ ਅਦਾਲਤ ਵੱਲੋਂ ਇਸ ਦੀ ਸੁਣਵਾਈ 7 ਸਤੰਬਰ ਨੂੰ ਰੱਖੀ ਗਈ ਹੈ ਔਰ 7 ਸਤੰਬਰ ਨੂੰ ਦੇਖਣਾ ਹੋਵੇਗਾ ਕਿ ਮਾਨਯੋਗ ਅਦਾਲਤ ਵੱਲੋਂ ਹੁਣ ਇਸ ਅਰਜ਼ੀ ਦੇ ਉੱਤੇ ਕੀ ਫੈਸਲਾ ਆਉਂਦਾ ਹੈ। ਪਰ ਹਾਲ ਦੀ ਫਿਲਹਾਲ ਕਿਤੇ ਨਾ ਕਿਤੇ ਭਾਰਤ ਭੂਸ਼ਣ ਆਸ਼ੂ ਦੀਆਂ ਜਿਹੜੀਆਂ ਵੱਧਦੀਆਂ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆ ਰਹੀਆਂ ਨੇ। ਜੀ ਗੁਰਜੋਤ। ਠੀਕ ਹੈ ਰੋਹਿਤ, ਧੰਨਵਾਦ ਹੈ ਤਮਾਮ ਜਾਣਕਾਰੀ ਦੇ ਲਈ। ਸੋ ਦਲੀਲਾਂ ਦੇ ਆਧਾਰ ਤੇ ਹੀ ਇਹ ਸੁਣਵਾਈ ਹੋਏਗੀ 7 ਸਤੰਬਰ ਨੂੰ ਕਿ ਆਖਰਕਾਰ ਜ਼ਮਾਨਤ ਮਿਲਣੀ ਹੈ ਜਾਂ ਫਿਰ ਨਹੀਂ ਮਿਲਣੀ। ਹਾਲਾਂਕਿ ਜੋ ਹੁਣ ਰੋਹਿਤ ਜਾਣਕਾਰੀ ਦੇ ਰਹੇ ਸੀ ਤਾਂ ਉਸ ਨੂੰ ਵੀ ਅਸੀਂ ਗੌਰ ਕਰ ਸਕਦੇ ਹਾਂ ਜਿਸ ਤਰ੍ਹਾਂ ਦੇ ਨਾਲ ਮੀਨੂ ਮਲਹੋਤਰਾ ਦਾ ਜ਼ਿਕਰ ਹੁੰਦਾ ਹੈ। ਤਾਂ ਇਹ ਸਾਰਾ ਮਾਮਲਾ ਜਿਹੜਾ ਟਰਾਂਸਪੋਰਟੇਸ਼ਨ ਟੈਂਡਰ ਘੋਟਾਲੇ ਦੇ ਨਾਲ ਜੁੜਿਆ ਹੋਇਆ ਸੀ ਜਿਸ ਦੇ ਵਿੱਚ ਨਾਮ ਆਇਆ ਵਿਜੀਲੈਂਸ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਕਿਹੜੇ ਹਾਲਾਤਾਂ ਦੇ ਵਿੱਚ ਜਾ ਕੇ ਗ੍ਰਿਫਤਾਰੀ ਕੀਤੀ ਗਈ, ਕੀ ਕੁਝ ਹੰਗਾਮਾ ਹੋਇਆ ਸਭ ਨੇ ਵੇਖਿਆ। ਉਸ ਤੋਂ ਬਾਅਦ ਰਿਮਾਂਡ ਤੇ ਵੀ ਰਹੇ ਨੇ ਲੰਮਾ ਸਮਾਂ ਤੇ ਹੁਣ ਜੇਲ੍ਹ ਦੇ ਵਿੱਚ ਨੇ ਯਾਨੀ ਕਿ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤੇ ਗਏ ਸਨ। ਤਾਂ ਹੁਣ ਜ਼ਮਾਨਤ ਦੇ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ। ਅੱਗੇ ਵਧਿਆ ਤਾਂ ਅੰਮ੍ਰਿਤਸਰ ਤੋਂ ਫਰਾਰ ਅਤਵਾਦੀ ਦਾ ਕੋਈ
ਕੋਈ ਪਤਾ ਨਹੀਂ ਲੱਗਿਆ। ਕੱਲ ਮੈਂਟਲ ਹਸਪੀਟਲ ਦੇ ਵਿੱਚੋਂ ਫਰਾਰ ਹੋਇਆ ਸੀ ਇਹ ਦਹਿਸ਼ਤਗਰਦ ਔਰ ਆਸ਼ੀਸ਼ ਮਸੀਹ ਡਿਊਟੀ ਦੇ ਵਿੱਚ ਕੋਤਾਹੀ ਵਰਤਣ ਤੇ ਦੱਸੀ ਕਿ ਇਸ ਮਾਮਲੇ ਦੇ ਵਿੱਚ 4 ਐਸਆਈ ਦੇ ਖਿਲਾਫ ਐਫਆਈਆਰ ਵੀ ਦਰਜ ਹੋਈ ਹੈ। ਸੋ ਅਜੇ ਤੱਕ ਕੋਈ ਥੋ ਟਿਕਾਣਾ ਨਹੀਂ ਲੱਗਿਆ ਕਿ ਆਖਰਕਾਰ ਕਿੱਥੇ ਆਸ਼ੀਸ਼ ਜਿਹੜਾ ਮਸੀਹ ਆ ਫਰਾਰ ਹੋ ਕੇ ਗਿਆ ਡਿਊਟੀ ਦੇ ਵਿੱਚ ਕੋਤਾਹੀ ਵਰਤਣ ਤੇ। ਹਾਲਾਂਕਿ 4 ਐਸਆਈ ਦੇ ਖਿਲਾਫ ਐਫਆਈਆਰ ਵੀ ਦਰਜ ਹੋ ਚੁੱਕੀ ਹੈ। ਮੁਲਜ਼ਮ ਤੇ ਆਰਡੀਐਕਸ ਬਰਾਮਦ ਸਮੇਤ ਕਈ ਮਾਮਲੇ ਦਰਜ ਨੇ, ਯਾਨੀ ਕਿ ਕਿਸ ਤਰ੍ਹਾਂ ਦੇ ਨਾਲ ਦਹਿਸ਼ਤਗਰਦੀ ਫੈਲਾਉਣ ਦੀ ਕੋਸ਼ਿਸ਼ ਰਹੀ ਹੈ, ਇਹ ਸਭ ਬਰਾਮਦਗੀਆਂ ਵੀ ਹੋਈਆਂ ਨੇ। ਸੋ ਮੁਲਜ਼ਮ ਤੇ ਆਰਡੀਐਕਸ ਬਰਾਮਦਗੀ ਸਮੇਤ ਹੋਰ ਕਈ ਮਾਮਲੇ ਦਰਜ ਨੇ। 29 ਅਗਸਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ। ਖਾਸ ਤੌਰ ਤੇ ਇਹ ਜ਼ਿਕਰਯੋਗ ਹੈ ਕਿ ਮੈਂਟਲ ਹਸਪੀਟਲ ਦੇ ਵਿੱਚੋਂ ਫਰਾਰ ਹੋਇਆ ਕਿਉਂਕਿ ਮਨੋਰੋਗੀ ਜਿਹੜਾ ਦੱਸਿਆ ਜਾ ਰਿਹਾ ਆਸ਼ੀਸ਼ ਮਸੀਹ ਔਰ ਆਸ਼ੀਸ਼ ਮਸੀਹ ਦੇ ਫਰਾਰ ਹੋਣ ਤੋਂ ਬਾਅਦ ਕਾਰਵਾਈ ਜਿਹੜੀ ਹੈ ਏਐਸਆਈ ਦੇ ਖਿਲਾਫ ਹੋਈ ਹੈ। 4 ਏਐਸਆਈ ਨੇ ਜਿਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਹੋ ਚੁੱਕਿਆ ਹੈ ਕਿ ਆਖਰਕਾਰ ਡਿਊਟੀ ਦੇ ਵਿੱਚ ਕੋਤਾਹੀ ਵਰਤੀ ਗਈ ਹੈ, ਪਰ ਹਲੇ ਤੱਕ ਕੋਈ ਵੀ ਜਾਣਕਾਰੀ ਬਰਾਮਦ ਜਿਹੜੀ ਹੈ ਉਹ ਨਹੀਂ ਹੋਈ ਹੈ, यानी कि कह सकते हैं कि जानकारी नहीं मिली है कि आखिरकार कित्थे फरार होके आशीष मसीह गया है। राजीव शर्मा ने फोन लाइन से ज्यादा जानकारी ली। राजीव की कुछ जानकारी है जेकर इस मामले की ਅਸੀਂ ਗੱਲ ਕਰਦੇ ਹਾਂ ਤਾਂ ਜੀ ਬਿਲਕੁਲ ਗੁਰਜੋਤ, ਜਿਸ ਤਰੀਕੇ ਦੇ ਨਾਲ ਕੱਲ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ 28 ਅਗਸਤ ਨੂੰ ਇਸ ਨੂੰ ਗੁਰਦਾਸਪੁਰ ਦੀ ਜੇਲ੍ਹ ਤੋਂ ਅੰਮ੍ਰਿਤਸਰ ਦਾ ਜੋ ਮੈਂਟਲ ਹਸਪੀਟਲ ਹੈ, ਜਿਸ ਨੂੰ ਅਸੀਂ ਮਨੋਰੋਗ ਹਸਪੀਟਲ ਵੀ ਕਹਿ ਦਿੰਦੇ ਹਾਂ, ਤਾਂ ਇਹ ਮਾਨਸਿਕ ਰੋਗੀ ਸੀ। ਪਰ ਇਹ ਵੱਖ-ਵੱਖ ਜਿਹੜੀਆਂ ਧਾਰਾਵਾਂ ਜਿਹੜੀਆਂ ਕਿ ਐਕਸਪਲੋਸਿਵ ਐਕਟ ਜਾਂ ਇਸਦੇ ਕੋਲ ਗ੍ਰਨੇਡ ਵੀ ਬਰਾਮਦ ਹੋਏ ਸੀ, ਤਾਂ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਇਹ ਸ਼ਾਮਲ ਸੀ। ਔਰ ਕੱਲ ਜਦੋਂ ਇਹ ਪਤਾ ਲੱਗਦਾ ਕਿ ਸਵੇਰੇ ਤੜਕੇ ਉੱਥੋਂ ਫਰਾਰ ਹੋ ਜਾਂਦਾ, ਉਸ ਤੋਂ ਬਾਅਦ ਜਿਹੜੇ ਜੇਲ੍ਹ ਦੀ ਗਾਰਡ ਸੀ, ਜਿਹੜੇ ਇਸ ਦੇ ਨਾਲ ਤੈਨਾਤ ਪੁਲਿਸ ਕਰਮੀ ਸੀ, ਉਹਨਾਂ ਦੇ ਖਿਲਾਫ ਵੀ ਤੁਰੰਤ ਕੱਲ ਹੀ ਅਸੀਂ ਦੱਸ ਦਿੱਤਾ ਸੀ ਕਿ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਤਾਂ ਉਹਨਾਂ ਦੇ ਖਿਲਾਫ ਐਫਆਈਆਰ ਜਿਹੜੀ ਉਹ ਦਰਜ ਕਰ ਲਈ ਗਈ ਹੈ। ਔਰ ਇਸ ਸ਼ਖਸ ਦੇ, ਜਿਸ ਦਾ ਨਾਮ ਆਸ਼ੀਸ਼ ਮਸੀਹ ਹੈ, ਇਸ ਦੇ ਖਿਲਾਫ ਵੀ ਇੱਕ ਹੋਰ ਮਾਮਲਾ ਦਰਜ ਕਰਕੇ ਇਸ ਦੀ ਭਾਲ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਜੀ ਠੀਕ ਹੈ, ਧੰਨਵਾਦ ਹੈ ਰਾਜੀਵ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਇਹ ਵੀ ਅਹਿਮ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਿਹੜੇ ਕਸਟਡੀ ਦੇ ਵਿੱਚ ਹੁੰਦੇ ਨੇ, ਗ੍ਰਿਫਤਾਰ ਹੁੰਦੇ ਨੇ, ਕੈਦੀ ਹੁੰਦੇ ਨੇ ਜੋ ਫਰਾਰ ਹੋ ਜਾਂਦੇ ਨੇ, ਉਸ ਤੋਂ ਬਾਅਦ ਜਿਨ੍ਹਾਂ ਦੀ ਉੱਥੇ ਮੌਜੂਦਾ ਜਿਹੜੇ ਅਧਿਕਾਰੀ ਨੇ, ਮੁਲਾਜ਼ਮ ਨੇ, ਉਹਨਾਂ ਦੀ ਡਿਊਟੀ ਹੁੰਦੀ ਹੈ, ਤਾਂ ਉਹਨਾਂ ਦੇ ਖਿਲਾਫ ਹੁਣ ਮਾਮਲਾ ਜ਼ਰੂਰ ਦਰਜ ਹੋ ਗਿਆ, ਪਰ ਇਹ ਫਰਾਰ ਹੋਇਆ ਉਸ ਤੋਂ ਬਾਅਦ ਅਜੇ ਤੱਕ ਕੋਈ ਜਾਣਕਾਰੀ ਨਹੀਂ ਲੱਗੀ ਹੈ। ਤਾਂ ਉਧਰ ਫਿਰੋਜ਼ਪੁਰ ਦੇ ਵਿੱਚ ਰਿਸ਼ਵਤ ਲੈਣ ਵਾਲਾ ਏਐਸਆਈ ਸਸਪੈਂਡ ਹੋ ਗਿਆ। ਰਿਸ਼ਵਤ ਲੈਂਦਿਆਂ ਏਐਸਆਈ ਦੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ। ਫਿਰੋਜ਼ਪੁਰ ਦੇ ਥਾਣਾ ਮੱਲਾਵਾਲਾ ਦੇ ਵਿੱਚ ਇਹ ਏਐਸਆਈ ਤੈਨਾਤ ਸੀ, ਜਿਸ ਦੀ ਵੀਡੀਓ ਵਾਇਰਲ ਹੋਈ। ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਏਐਸਆਈ ਬਲਵਿੰਦਰ ਸਿੰਘ ਦੇ ਖਿਲਾਫ ਦੱਸੇ ਕਿ ਵਿਭਾਗੀ ਜਾਂਚ ਦੇ ਵੀ ਆਦੇਸ਼ ਦੇ ਦਿੱਤੇ ਗਏ ਨੇ। ਸੋ ਇਹ ਵੀ ਆਮ ਖਬਰ ਹੈ ਫਿਰੋਜ਼ਪੁਰ ਤੋਂ, ਕਿਉਂਕਿ ਰਿਸ਼ਵਤ ਦੀਆਂ ਘਟਨਾਵਾਂ ਜਿਹੜੀਆਂ ਨੇ, ਕਹਿ ਲਈਏ ਮਾਮਲੇ ਜਿਹੜੇ ਨੇ ਉਹ ਬੀਤੇ ਕਈ ਦਿਨਾਂ ਤੋਂ ਜ਼ਿਆਦਾ ਸਾਹਮਣੇ ਆ ਰਹੇ ਨੇ। ਸੋ ਹੁਣ ਰਿਸ਼ਵਤ ਲੈਂਦਿਆਂ ਏਐਸਆਈ ਦੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਸੀ ਔਰ ਇਸ ਮਾਮਲੇ ਦੇ ਵਿੱਚ ਹੁਣ ਇਹ ਅਪਡੇਟ ਹੈ ਕਿ ਆਖਰਕਾਰ ਰਿਸ਼ਵਤ ਲੈਣ ਵਾਲਾ ਏਐਸਆਈ ਜਿਹੜਾ ਹੈ ਉਹ ਸਸਪੈਂਡ ਕਰ ਦਿੱਤਾ ਗਿਆ, ਯਾਨੀ ਕਿ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ। ਸੋ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਾਰੀ ਕਾਰਵਾਈ ਹੋਈ ਹੈ। ਫਿਰੋਜ਼ਪੁਰ ਦੇ ਥਾਣਾ ਮੱਲਾਵਾਲਾ ਦੇ ਵਿੱਚ ਏਐਸਆਈ ਵਜੋਂ ਤੈਨਾਤ ਸੀ ਬਲਵਿੰਦਰ ਏਐਸਆਈ ਦੱਸਿਆ ਜਾ ਰਿਹਾ, ਜਿਸ ਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ। ਫਿਰੋਜ਼ਪੁਰ ਜੀ ਨੇ ਇਹਨਾਂ ਨੇ ਕੀਤਾ ਕਿ ਜਦੋਂ ਵੀਡੀਓ ਵਾਇਰਲ ਹੋਈ ਹੈ ਨਾਲ ਦੀ ਨਾਲ ਹੀ ਇਹਨੂੰ ਸਸਪੈਂਡ ਕਰਕੇ ਏਐਸਏ ਬਲਵਿੰਦਰ ਸਿੰਘ ਨੂੰ ਸਸਪੈਂਡ ਕਰਕੇ ਨਾਲ ਹੀ ਡਿਪਾਰਟਮੈਂਟ ਇਨਕੁਆਇਰੀ ਖੋਲ੍ਹ ਦਿੱਤੀ ਗਈ ਹੈ, ਜਿਹਦੀ ਕਿ ਇਨਕੁਆਇਰੀ ਦੀ ਜਿਹੜੀ ਹੈ ਉਹ ਆਪਣੇ ਡੀਐਸਪੀ ਸਰਦਾਰ ਜਗੀਰ ਸਿੰਘ ਨੇ ਉਹ ਇਨਕੁਆਇਰੀ ਜਿਹੜੀ ਇਹਦੀ ਕਰ ਰਹੇ ਨੇ। ਔਰ ਫਿਰ ਵੀ ਕੀ ਕੀਤਾ ਕਿ ਇਹਨੂੰ ਆਪਣੇ ਹਜੇ ਕੰਪਲੇਂਟ ਨਹੀਂ, ਸ਼ਿਕਾਇਤਕਰਤਾ ਨੇ ਅਜੇ ਕੰਪਲੇਂਟ ਦਿੱਤੀ ਨਹੀਂ। ਐਸਐਚਓ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਦੇ ਕੋਲ ਕੰਪਲੇਂਟ ਲੈ ਕੇ ਤੇ ਇਹਦੇ ਏਐਸਆਈ ਜਿਹੜਾ ਹੈਗਾ ਬਲਵਿੰਦਰ ਸਿੰਘ, ਇਹਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਾਇਰਲ ਵੀਡੀਓਜ਼ ਕੀ ਦੇਖਿਆ ਗਿਆ? ਇਹਦੇ ਵਿੱਚ ਇਹ ਹੈ ਕਿ ਇਹਨੇ ਜਿਹੜਾ ਕਿ ਇਹ ਪੈਸਿਆਂ ਦੀ ਮੰਗ ਕਰਦਾ ਸੀ, ਪੈਸੇ ਜਿਹੜੇ ਨਾ ਇਹਦੇ ਕੋਲ ਪੈਸੇ ਇਹਨਾਂ ਦੀ ਪੈਸਿਆਂ ਦੀ ਗੱਡੀ ਟਾਟਾ ਜੈਟ ਐਕਸਲ ਜਿਹੜੀ ਨਾਮਜ਼ਦ ਸੀ, ਜਿਹਦੀ ਇਨਵੈਸਟੀਗੇਸ਼ਨ ਸਰਦਾਰ ਬਲਵਿੰਦਰ ਸਿੰਘ ਏਐਸਆਈ ਸਾਹਿਬ ਜਿਹੜੇ ਸਾਡੇ ਬਰਨਾਲੇ ਥਾਣੇ ਦੇ ਵਿੱਚ ਲੱਗੇ ਸੀ ਉਹਨਾਂ ਕੋਲੇ ਹੈਗੀ ਸੀ। ਤੇ ਇਹਨਾਂ ਨੇ ਮੇਰੀ ਗੱਡੀ ਨੂੰ ਸਪੁਰਦਦਾਰੀ ਦੇ ਵਿੱਚ ਦੇਣ ਵਾਸਤੇ 20,000 ਰੁਪਈਆ ਰਿਸ਼ਵਤ ਦੀ ਮੰਗ ਕੀਤੀ, ਜਿਹੜੀ ਮੈਂ ਮਸਾਂ ਮਿੰਨਤਾਂ ਤਰਲੇ ਨਾਲ 13,000 ਰੁਪਈਏ ਦੇ ਸਾਡੀ ਗੱਲ ਮੁੱਕੀ। 8,000 ਰੁਪਈਆ ਇਹਨੇ ਮੇਰੇ ਤੋਂ ਆਪਦਾ ਲਿਆ ਤੇ 5,000 ਰੁਪਈਆ ਐਸਐਚਓ ਵਾਸਤੇ ਲਿਆ। ਉਹ ਪਤਾ ਨਹੀਂ ਕਿਸੇ ਨੂੰ ਦਿੱਤਾ ਕਿ ਨਹੀਂ ਦਿੱਤਾ, ਕਿ ਇਹਨੇ ਆਪਦੀ ਜੇਬ 'ਚ ਪਾ ਲਈ। ਮੈਂ ਇਹਨਾਂ ਨੂੰ ਬੜੇ ਵਾਸਤੇ ਪਾਏ, ਮੈਂ ਕਿਹਾ ਯਾਰ ਸਰਕਾਰ ਇੰਨੀ ਸਖਤ ਹੋਈ ਪਈ ਤਾਂ ਤੁਸੀਂ ਥੋੜ੍ਹਾ ਬਹੁਤ ਤਰਸ ਕਰੋ, ਇਹ ਕਿਹੜਾ ਕੋਈ ਸਰਕਾਰੀ ਫੀਸ ਆ। ਪਰ ਇਹਨਾਂ ਨੇ ਇੱਕ ਵੀ ਨਹੀਂ ਗੱਲ ਮੰਨੀ, ਕਹਿੰਦੇ ਤੂੰ ਪੈਸੇ ਦੇਵੇਂਗਾ ਤਾਂ ਤੇਰੀ ਗੱਡੀ ਛੱਡਾਂਗੇ। 13,000 ਰੁਪਈਆ ਲੈ ਕੇ ਮੁੜ ਕੇ 2 ਮਿੰਟ ਲਾਏ ਤੇ ਇਹਨੇ ਲਿਖ ਕੇ ਜਿਹੜਾ ਸੀ ਉਹ ਮੇਰੀ ਗੱਡੀ ਮੇਰੇ ਸਪੁਰਦ ਕਰ। ਤਾਂ ਉਧਰ ਅੱਜ ਮਹਿੰਗਾਈ ਤੇ ਮਹਾ ਰੈਲੀ ਹੈ। ਮਹਿੰਗਾਈ ਦੇ ਖਿਲਾਫ ਅੱਜ ਕਾਂਗਰਸ ਦਾ ਹੱਲਾ ਬੋਲ ਹੈ। ਮੋਦੀ ਸਰਕਾਰ ਦੇ ਖਿਲਾਫ ਦੱਸਦੇ ਕਿ ਦਿੱਲੀ ਦੇ ਵਿੱਚ ਵੱਡੀ ਰੈਲੀ ਕੀਤੀ ਜਾਏਗੀ।
ਰਾਮਲੀਲਾ ਮੈਦਾਨ ਦੇ ਵਿੱਚ ਕਾਂਗਰਸ ਦੀ ਇਹ ਰੈਲੀ ਹੈ। ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਕਰਨਗੇ ਔਰ ਮੋਦੀ ਸਰਕਾਰ ਦੇ ਖਿਲਾਫ ਦਿੱਲੀ ਦੇ ਵਿੱਚ ਇਹ ਵੱਡੀ ਰੈਲੀ ਹੈ। ਮਹਿੰਗਾਈ ਦਾ ਵੱਡਾ ਮਸਲਾ ਹੈ। ਰਾਮਲੀਲਾ ਮੈਦਾਨ ਦੇ ਵਿੱਚ ਦੱਸਦੀ ਕਿ ਅੱਜ ਕਾਂਗਰਸ ਨੇ ਰੈਲੀ ਪਹਿਲਾਂ ਤੋਂ ਹੀ ਮਿੱਥੀ ਹੋਈ ਹੈ ਔਰ ਉੱਥੇ ਬਾਕੀ ਦੀ ਲੀਡਰਸ਼ਿਪ ਵੀ ਜਿਹੜੀ ਹੈ ਉਹ ਵੀ ਪਹੁੰਚੇਗੀ। ਪੰਜਾਬ ਤੋਂ ਲੀਡਰਸ਼ਿਪ ਵੀ ਪਹੁੰਚੇਗੀ, तमाम ਲੀਡਰਸ਼ਿਪ ਪਹੁੰਚੇਗੀ। ਇਹ ਜਾਣਕਾਰੀ ਹੈ। ਪੰਜਾਬ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਨੇ ਉਹ ਵੀ ਸ਼ਾਮਿਲ ਹੋਣਗੇ। ਅਮੂਮਨ ਤੌਰ ਤੇ ਜਦੋਂ ਇੰਨੀ ਵੱਡੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਲ ਦਿੱਤੀ ਜਾਂਦੀ ਹੈ, ਖਾਸ ਤੌਰ ਤੇ ਕਾਂਗਰਸ ਦੇ ਵੱਲੋਂ, ਤਾਂ ਅਸੀਂ ਵੇਖਦੇ ਹਾਂ ਕਿ ਦਿੱਲੀ ਦੇ ਵਿੱਚ ਬਹੁਤ ਵੱਡੀ ਤਾਦਾਦ ਜਿੱਥੇ ਕਾਂਗਰਸੀ ਵਰਕਰਾਂ ਦੀ ਹੋਰ ਲੀਡਰਸ਼ਿਪ ਵੀ ਹੁੰਦੀ ਹੈ ਤਾਂ ਪੰਜਾਬ ਤੋਂ ਵੀ तमाम ਲੀਡਰਸ਼ਿਪ ਪਹੁੰਚਦੀ ਹੈ। ਤਾਂ ਮਹਿੰਗਾਈ ਇੱਕ ਵੱਡਾ ਮੁੱਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਹੱਲਾ ਬੋਲਿਆ ਜਾਂਦਾ ਹੈ। ਸਮੇਂ-ਸਮੇਂ ਤੇ ਅਸੀਂ ਵੇਖਦੇ ਹਾਂ ਕਿ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਜਿਹੜੇ ਨੇ ਕੀਤੇ ਜਾਂਦੇ ਨੇ, ਬੇਸ਼ੱਕ ਉਹ ਜ਼ਿਲ੍ਹਾ ਪੱਧਰੀ ਹੋਣ, ਸੂਬਾ ਪੱਧਰੀ ਹੋਣ। के लिए मौजूद है सर, हल्ला बोल रैली और बड़े जनता आ रही है वहाँ पर राज्यों से, आपके पास भी जिम्मेदारी थी, पंजाब से बड़े लोग आ रहे हैं। बिल्कुल देश भर से लोग आ रहे हैं क्योंकि ये हर व्यक्ति के साथ जुड़ा हुआ मुद्दा है, हर घर का मुद्दा है, हर इस देश में रहने वाला जो इंसान है उसका ये मुद्दा है। महंगाई ने मेरे को लगता है कि लोगों का जीवन बर्बाद कर दिया है। लोगों के चूल्हे नहीं जल रहे, चूल्हों की आग बुझ गई है। तो इसलिए ये तय किया, पहले भी हमने इसके ऊपर मार्च निकाला, धरना प्रदर्शन दिया स्टेट लेवल पर। कांग्रेस पार्टी ने ये तय किया कि सोई हुई सरकार के कानों तक देश के लोगों की आवाज़ पहुंचाएं। और जिस प्रकार से महंगाई बढ़ती जा रही है, अमीर और गरीब का जो अंतर है वो बढ़ता जा रहा है। अगर इसी प्रकार से माहौल रहा और निरंतर महंगाई बढ़ती रही तो इस देश को खतरा हो सकता है, सिविल वॉर लग सकती है। गरीब व्यक्ति जो भूखा मरेगा, जिसका चूल्हा नहीं जलेगा, जिसके बच्चे भूखे मर रहे होंगे, वो अपने बच्चों का पेट भरने के लिए कुछ ना कुछ क्राइम करेगा, किसी के घर में जाएगा, लड़ाई होगी। और सरकार को इसके ऊपर थोड़ा गौर फरमानी चाहिए अपनी एडवर्टाइजमेंट छोड़कर। आपके ऊपर भी एफआईआर दर्ज हुआ है, एक दबाव बनाने की कोशिश की जा रही है इंफॉर्मेशन टेक्नोलॉजी एक्ट के तहत। तो ये एफआईआर तो दर्ज मेरे पर तो दूसरी हो गई है भाई। 4 महीने को कार्यकाल में दूसरी। एक बार मुख्यमंत्री साहब को मिलने गए थे, उन्होंने कहा कि मेरे को बिना पूछे टाइम लेकर आ गए और ये एक एफआईआर दर्ज हो गया। हालांकि ये डॉक्यूमेंट जो हमारे पास आया था ये उन्हीं के वॉलंटियर्स जो हैं, जो वेरीफाइड अकाउंट से अंकित नाम का लड़का चलाता है, सब ने मीडिया हाउसेस ने, और हमने वहीं से लिया था। दूसरी बात, ये बहुत बड़ी कोई बात नहीं है, कोई बहुत चोरी और फोर्जरी नहीं हमने की। ये हमारे ऊपर पर्चा देकर ये लोगों को ये मैसेज देना चाहते हैं कि जो भी हमारे खिलाफ बोलेगा उसके ऊपर एफआईआर दर्ज किया जाएगा। लेकिन बीजेपी ने भी किया, बीजेपी ने भी यही कागज़ को अपने पेज पे डाला और उन पे नहीं किया क्योंकि दिल्ली में उनकी सरकार है, उनसे डर लगता है। जांच में हमारा क्या है, हम तो एक पर्चा और हो जाएगा तो क्या कर सकते। जांच में सहयोग देंगे? किस पे जांच होगी तो सहयोग देंगे? कौन सी जांच? अब जो इंफॉर्मेशन होगी, अब क्या जांच होगी इसकी? अब जांच तो तब संजोग देने की बात होती है जब एफआईआर नहीं हो। पहले बुलाया जाए कि भैया आपने ये डाला है कि नहीं डाला, आपके पास कहाँ से आया। जब उन्होंने फोर्जरी का पर्चा ही दर्ज कर दिया, जांच नहीं, अब तो वो गिरफ्तार कर सकते हैं हमारे को। इसके लिए तैयार है तो हमें पॉलिटिक्स में रहना है, ऑपोजिशन में रहना है, तो इन तमाम लोग चीज़ों का सामना तो करना पड़ेगा। अंदर जाने की तैयारी तो पक्की रखनी पड़ेगी। कानूनी प्रक्रिया की तहत तो पूरे तरीके से आप अपने कानूनी, हर चीज़ कानूनी अब तुम बना दोगे, इसलिए तो मैं कह रहा था ये कौन सी कानूनी है कि कांग्रेस पार्टी के अध्यक्ष के ऊपर आप फोर्जरी का पर्चा दे दो बिना किसी पूछताछ के। ये नहीं है। धन्यवाद हमसे बातचीत करने के लिए। तो ये थे प्रदेश अध्यक्ष कांग्रेस के पंजाब से राजा वरिंग, साफ तौर पे कह रहे हैं कि हल्ला बोल रैली में वो पहुंचेंगे। तमाम राज्य से नेता, कार्यकर्ता, तमाम लोग पहुंच रहे हैं और वहीं उन्होंने अपने ऊपर एफआईआर दर्ज कराने पर साफ तौर पे कहा कि अब तो इंतज़ार है गिरफ्तारी का। कैमरा पर्सन विपिन के साथ मैं रवि मिश्रा, न्यूज़ 18, नई दिल्ली। ਸੋ ਰਾਜਾ ਵੜਿੰਗ ਗੱਲਬਾਤ ਕਰ ਰਹੇ ਸਨ। ਰਵੀ ਮਿਸ਼ਰਾ ਸਾਡੇ ਪੱਤਰਕਾਰ ਜਿਹੜੇ ਨੇ ਮੌਕੇ ਤੇ ਮੌਜੂਦ ਨੇ। ਅੱਜ ਵੱਡੀ ਹੁੰਕਾਰ ਭਰੀ ਜਾਣੀ ਹੈ ਮਹਿੰਗਾਈ ਦੇ ਬਹਾਨੇ, ਕਹਿ ਸਕਦੇ ਹਾਂ ਸ਼ਕਤੀ ਪ੍ਰਦਰਸ਼ਨ ਜਾਂ ਫਿਰ
ਹੱਲਾ ਬੋਲਿਆ ਜਾ ਰਿਹਾ ਹੈ ਮਹਿੰਗਾਈ ਦੇ ਖਿਲਾਫ ਔਰ ਇਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਕਿਸ ਤਰ੍ਹਾਂ ਦੇ ਨਾਲ ਮੁਕੰਮਲ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਵੱਡੀਆਂ ਬੱਸਾਂ ਜਿਸ ਦੇ ਵਿੱਚ ਵਰਕਰ ਲੀਡਰਸ ਕਹਿ ਸਕਦੇ ਹਾਂ ਇਸ ਤੋਂ ਇਲਾਵਾ ਵੱਡੇ ਵੱਡੇ ਬੋਰਡ ਜਿਹੜੇ ਨੇ ਲਗਾਏ ਗਏ ਨੇ ਤਾਂ ਵੱਡੀ ਤਾਦਾਦ ਅੱਜ ਪਹੁੰਚੇਗੀ ਔਰ ਪਹੁੰਚਣੀ ਵੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਰਾਜਾ ਵੜਿੰਗ ਜਿਹੜੇ ਨੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੱਜ ਅਸੀਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿਉਂਕਿ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਮਹਿੰਗਾਈ ਦਾ ਮਹਿੰਗਾਈ ਦੀ ਅਗਰ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਹਿ ਲਈਏ ਕਿ ਰੋਜ਼ਾਨਾ ਦੀ ਮੰਗ ਵੱਧ ਰਹੀ ਹੈ ਐਲਪੀਜੀ ਗੈਸ ਸਿਲੰਡਰ ਇਸ ਤੋਂ ਇਲਾਵਾ ਸਬਜ਼ੀਆਂ ਦੇ ਭਾਅ ਤੇਲਾਂ ਦੇ ਸੋ ਇਸ ਨੂੰ ਲੈ ਕੇ ਲਗਾਤਾਰ ਜ਼ਿਕਰ ਹੁੰਦਾ ਹੈ ਔਰ ਅੱਜ ਕਾਂਗਰਸ ਵੀ ਕਰਨ ਜਾ ਰਹੀ है तो रवि मिश्रा लाइव ने साढ़े ना मौजूद ने रवि क्या कुछ तस्वीर नजर आ रही है कितनी बड़ी तादाद कांग्रेस के वर्करों की लीडर्स की पहुंच रही है इसके अलावा क्या कुछ और तैयारियां बिल्कुल आपको बता देना चाहूँगा कि राजधानी दिल्ली के रामलीला ग्राउंड में कांग्रेस आज हल्ला बोल रैली कर रही है। इस हल्ला बोल रैली में तमाम राज्यों से दूर दराज से तमाम कांग्रेस के कार्यकर्ता नेता यहाँ पर पहुँच रहे हैं। इस वक्त मैं पंजाब भवन में मौजूद हूँ जहाँ पंजाब से आए हुए तमाम कांग्रेस के बड़े नेता यहाँ पर मौजूद हैं और आप देख सकते हैं कि उनका एक काफिला पंजाब भवन में आपको देखने को मिलेगा। विधायक, पूर्व विधायक, ब्लॉक लेवल, बूथ लेवल तमाम जो कार्यकर्ता हैं आज कहीं ना कहीं रामलीला ग्राउंड में एकजुट होते हुए केंद्र सरकार के खिलाफ हल्ला बोल करेंगे। महंगाई, बेरोजगारी, भ्रष्टाचार और अग्निपथ जैसी योजनाओं के खिलाफ आज कांग्रेस का ये हल्ला बोल रैली यहाँ पर देखने को मिलेगी और तमाम कार्यकर्ता पहुँच रहे हैं। पिंकी जी हमारे साथ मौजूद हैं। सर किस तरीके से देखते हैं तमाम लोगों के पास जिम्मेदारी है कि अपने सूबे से तमाम वर्कर्स को लेके आएँ और एक बड़ा जन समर्थन देखने को मिलेगा, क्या कुछ कहेंगे आप? हाँ जी, ऐसा है कि आप जाके देखिए कि बहुत बड़ा हजूम जो है दिल्ली में इकट्ठा हो रहा है इस महंगाई के ख़िलाफ़। आप यहाँ की बात ना करें, वहाँ जाके देखें कि आज की रैली जो है एक बहुत प्रभावशाली रैली होगी। केंद्र सरकार के ऊपर इसका प्रभाव पड़ते हुए नजर आएगा? क्यों नहीं पाएगा? जो अपोजिशन है हमेशा स्ट्रांग होनी चाहिए, डेमोक्रेसी में ये होना चाहिए क्योंकि सरकारें जो लोगों के लिए बनी होती हैं तो इसलिए केंद्र सरकार को आज केंद्र सरकार के हम कान खोलने के लिए आए हैं। बिल्कुल, और 11 बजे का ये रैली का कॉल है और तमाम लोग यहाँ से पहुँचेंगे और रामलीला ग्राउंड में एक जन समर्थन, जन सैलाब देखने को मिलेगा। बाहर काफिला दिखा दूं आपको, प्रताप सिंह बाजवा आप देख सकते हैं कि उनका काफिला यहाँ से अभी गुजरा है। राजा वरिंग जो कि प्रदेश अध्यक्ष हैं वो यहाँ से अभी निकले हैं रामलीला ग्राउंड के लिए और तमाम यहाँ पर बड़े लोग अभी मौजूद हैं। पूर्व विधायकों की बात करें तो वो भी यहाँ पर मौजूद है। सुखजिंदर रंधावा अभी कुछ देर में यहाँ से निकलेंगे और रामलीला ग्राउंड में पहुँचेंगे। वहीं बात करें अन्य राज्यों की, हरियाणा की, हिमाचल की, उत्तर प्रदेश की, राजस्थान की, तो तमाम राज्यों से आज भारी संख्या में कार्यकर्ता पहुँच रहे हैं। देखना ये होगा कि रामलीला ग्राउंड में होने वाली इस हल्ला बोल रैली से केंद्र सरकार के ऊपर कितना प्रभाव पड़ता है। जी ठीक है रवि, तमाम तस्वीरें दिखाने के लिए शुक्रिया। किते ना किते अज वड्डी रैली है और इस तस्वीरां ਜਿਹੜੀਆਂ ਨੇ थोड़ी देर ਦੇ ਵਿੱਚ सामने भी आ जाएंगे। दावा किया जा रहा है कि बहुत वड्डी तादाद रामलीला मैदान ਦੇ ਵਿੱਚ ਅੱਜ ਵਰਕਰਾਂ ਦੀ ਇਕੱਠੀ ਹੋਏਗੀ ਜਿਨ੍ਹਾਂ ਦੇ ਵੱਲੋਂ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਮਹਿੰਗਾਈ ਦੇ ਮੁੱਦੇ ਤੇ। ताकि वधांगे गल करांगे सोनाली फोगाट दी। सोनाली केस के नाल जुड़ी बड़ी खबर है, अज गुरुग्राम पहुंच सकती है गोवा पुलिस। दसदे कि लगातार 4 दिनों तो हरियाणा दे विच पहुंच के पुछगिछ की जा रही है तो अज गुरुग्राम पहुंचा जा सकता है। गुरुग्राम दे विच सोनाली दा फ्लैट है जिसनूं खंगालिया जाएगा पुलिस दे वल्लों। सेक्टर 109 दे विच किराए ते यह फ्लैट लिया होया सी और इत्थे सुधीर और सोनाली अक्सर आउंदे जांदे सन। गोवा जाण तो पहला भी फ्लैट दे विच रुके सी, यह भी जानकारी है जो लोगों के वल्लों दस्सिया गया है। इस तो इलावा कार जिहड़ी है पार्किंग दे विच खड़ी है उसनूं भी लैके तस्वीरां असीं दिखाईयां ने। तां सैक्टर 109 गुरुग्राम दा जिथे कि किराए ते फ्लैट लिया होया सी तां जिथे पुलिस पहुंच सकदी है और उत्थे पहुंच के फ्लैट की तलाशी ली जाएगी तो उतों सबूत जुटाने की कोशिश की जाएगी क्योंकि पुलिस के वालों लगातार जांच ਵੱਖ-ਵੱਖ फ्लैट्स के फार्म हाउस के घर के जाके की जा रही है जो सोनाली दे ने ताकि उतों चीज़ां जिहड़ियां ने उस दे नाल संबंधित मिल सकन या कोई सबूत जिहड़ा है वो जरूर हाथ लगे कि आखिरकार जो परिवार दावा कर रहा है कि आखिरकार ये मौत अचनचेत नहीं है, ये सिर्फ कतल किया गया। धर्मवीर शर्मा ने साडे नाल फोन लाइन पे। धर्मवीर, क्या कुछ आपके पास जानकारी आज की गोवा पुलिस की जांच को लेकर?
बिल्कुल, देखिए ये खबर आ रही है कि आज दोपहर 2 बजे के आसपास जो है गोवा पुलिस गुड़गांव आ सकती है सेक्टर 109 में, जहां गुड़गांव ग्रीन नाम की जो सोसाइटी है, इसी सोसाइटी में आखिरी बार सुधीर सांगवान और सोनाली फोगाट आए थे और यहीं से उसके बाद वो गोवा गए थे। उनकी एक गाड़ी इस फ्लैट के नीचे पार्किंग में खड़ी हुई है, तो आज इस फ्लैट की तलाशी ली जा सकती है। यहाँ जांच पड़ताल गोवा पुलिस कर सकती है। तो उम्मीद यही है कि दोपहर 2 बजे के आसपास जो है गोवा पुलिस आज यहाँ पहुंच सकती है। जी ठीक है धर्मवीर, तमाम जानकारी के लिए शुक्रिया। तो पुलिस आ सकती है और इत्थे जांच की जा सकती है। लगातार पुलिस दे वालों इन्वेस्टिगेशन की जा रही है, क्योंकि परिवार का कहना है कि ये बहुत ही बड़ा पूरा प्लान्ड मर्डर है। यानी कि ये 2019 तो ही चल रहा सी, जो तो सुधीर सांगवान संपर्क च आया सी सोनाली दे, तो बहुत सारिया चीज़ां ने, बहुत सारिया जिहियां गुत्थियां ने जिन्होंने खोलन की कोशिश कर रहा है इस वेले परिवार और उन्होंने वालों सीधे तौर पर इस मामले दे विच तां हुण लगातार इल्जामात लगाए जा रहे हैं। तो गोवा पुलिस इत्थे पहुंची हुई है, जिन्होंने वालों जांच की जा रही है। बहुत सारे इस एक पॉइंट का जिक्र किया जाए तो बहुत गंभीर इल्जाम परिवार के वालों लगाए जा रहे हैं। सब तो पहला इल्जाम उन्होंने यह है कि सुधीर सांगवान के वालों जानबुझ के यह मर्डर किया गया है, क्योंकि प्रॉपर्टी नूं लैके हमेशा तो उसकी निगाह सी सोनाली फोगाट दी, आखिरकार उस ते कब्जा करना चाहता सी और कुछ नूं अपने ना करवा भी लिया गया सी। तो दूजा यह है कि उस दे नाल जबर जनाह करता रहा और उस दे नाल अजिहे रिश्ते बनाए गए ने, जबरन रिश्ते बनाए गए ने, जिस तो बाद परिवार नूं भी नहीं मिलन दिंदा रहा सी सुधीर सांगवान। इस तरह के गंभीर इल्जाम परिवार लगा रहा है और उन्होंने वालों हुण भी किया जा रहा है। तीसरा सब तो बड़ा इल्जाम असीं अगर जिक्र करिए तो वशीकरण का, कि वशीकरण किया हुआ सी, यानी कि इत्थों तक मुग्ध किया हुआ सी सोनाली फोगाट नूं कि वो ना ही कुछ चंगा देख सकती सी ते ना ही सुन सकती सी, और इस तो इलावा सुधीर सांगवान तो इलावा किसी दे नाल भी गलबात नहीं सी करदी। इत्थों तक कि परिवार नूं भी देखना नहीं सी चाहती, या फिर सुधीर सांगवान दे वालों जिहे हालात पैदा कर दिते गए सन कि संपर्क उसने तोड़ दिता सी, लगभग तोड़ दिता सी। पर किते ना किते ये बड़े और गंभीर इल्जाम ने, तो इस नूं लैके सबूत भी होने चाहिए ने। इसे दे चलदे कह सकते कि पुलिस दे वालों लगातार गोवा तो आके हरियाणा दे विच इन्वेस्टिगेशन की जा रही है। हिसार होवे, गुरुग्राम होवे, रोहतक होवे, हर पासे पुलिस जा रही है। तो अज चौथा दिन है और लगातार इस नूं लैके इन्वेस्टिगेशन जारी है। तो किते ना किते जिहड़े गंभीर इल्जाम लगाए जा रहे हैं, उस तो बाद जांच ते नजरां टिकियां होईयां ने। सोनाली दे लई इंसाफ की लड़ाई जिहड़ी है हाईकोर्ट जाएगा, परिवार लड़ेगा। सोनाली फोगाट दा परिवार इस वेले दी अहम ते वड्डी खबर कह सकते हैं। इसे केस दे नाल जुड़ी हुई गोवा पुलिस की जांच तो असंतुष्ट है, परिवार संतुष्ट नहीं है। तो हुण हाईकोर्ट का रुख किया जाएगा। लगातार सीबीआई जांच की मांग की जा रही है। 4 दिन तो सिर्फ खाना पूर्ति हो रही है। पुलिस दे वल्लों परिवार का गंभीर इल्जाम है, बड़ा इल्जाम है कि सिर्फ ते सिर्फ पुलिस खाना पूर्ति कर रही है। हाई कोर्ट जाएगा सोनाली दा परिवार, इस वेले दी अहम खबर। खास तौर पर कानूनी तौर पर कह सकते हैं कि हुण जिहड़ा वो प्रक्रिया जो चल रही है उस तो असंतुष्ट होकर हुण कोर्ट का सहारा, अदालत का सहारा लिया जा रहा है परिवार के वालों। इस तो पहला जिक्र योग भी है कि सीएम मनोहर लाल दे नाल मुलाकातां कर चुके हैं परिवार और उन्होंने वालों सीबीआई जांच की मांग की जा रही है। कह लिए कि अड़े हुए ने सीबीआई जांच से। उन्होंने कहना कि सीबीआई जांच ही होनी चाहिए है, क्योंकि सिर्फ से सिर्फ गोवा पुलिस जिहड़ी है खाना पूर्ति कर रही है। बेशक गोवा पुलिस दे वालों वख-वख फ्लैट्स दे विच जाके सबूत जुटाए जा रहे हैं, मौका वेख्या जा रहा है, हालात वेखे जा रहे हैं, पुछगिछ हो रही है, सवाल जवाब हो रहे हैं, पर इसके बावजूद परिवार जो है असंतुष्ट नजर आ रहा है। उन्होंने कहना है कि ये जो जांच हो रही है ये सिर्फ से सिर्फ खाना पूर्ति है, इस तो ज्यादा कुछ नहीं है। सीबीआई जांच करेगी तो पता लग सकेगा सोनाली फोगाट दे नाल सुधीर सांगवान सी तां उत्थे होया की सी। देर रात तो लैके तड़कसार तक अजिहा की होया कि सोनाली दी मौत हो गई, क्योंकि सबने वेख्या जिस तरह दी वीडियो सामने आईयां, सबने वेख्या कि जिस तरह दे नाल जबरन पानी पिलाया जा रहा है, जिस दे विच नशे दा दावा है कि उस दे विच नशा पाया गया सी। इस तो इलावा अपने आप दे विच नहीं सी सोनाली फोगाट जिस वेले सुधीर सांगवान लैके जा रहे सी। तो इस तरह के कई सबूत ने, तो हुण कोर्ट जाया जाएगा। सीजीआई को लेटर डलवाया है, विनीत जिंदल जी ने वो लेटर डाला है, सुप्रीम कोर्ट के एडवोकेट हैं कि मतलब इसको सीबीआई जांच के लिए सौंप दिया जाए इसको, मतलब पूरे केस को, क्योंकि हमें गोवा पुलिस जो इन्वेस्टिगेशन कर रही है वो बिल्कुल फर्जी तरीके से इन्वेस्टिगेशन की जा रही है। क्योंकि ना तो सुधीर सांगवान को यहाँ लाया गया है उनके द्वारा, क्योंकि अगर सुधीर सांगवान नहीं आया तो निशानदेही तो वही करवाता, प्रॉपर ढंग से अच्छी तरीके से बताता वो कहाँ क्या किया है, उसने क्या नहीं किया। हम इससे बिल्कुल नाखुश हैं। मतलब अगर उसके साथ सख्ती से पेश आए तो सुधीर अपने आप ही सारा सच उगल देगा। अगर वो मतलब वहाँ से वो हम सेटिस्फाइड नहीं होते तो हम हाई कोर्ट की तरफ मुँह करेंगे, हम हाई कोर्ट में जाएंगे और अपनी याचिका
ਅੱਗੇ ਵਧਦੇ ਇਸ ਤੋਂ ਬਾਅਦ ਰੋਹਤਕ ਤੋਂ ਵੱਡੀ ਖਬਰ ਆ ਰਹੀ ਹੈ। ਰੋਹਤਕ ਦੇ ਵਿੱਚ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਹੈ ਜਿੱਥੇ ਕਿ ਤਾਬੜਤੋੜ ਫਾਇਰਿੰਗ ਹੋਈ ਹੈ। ਗੋਲੀ ਲੱਗਣ ਦੇ ਨਾਲ 4 ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੋ ਧਿਰਾਂ ਦੇ ਵਿੱਚ ਇਹ ਝਗੜਾ ਹੋਇਆ ਸੀ। ਗੋਲੀ ਲੱਗਣ ਦੇ ਨਾਲ 4 ਨੌਜਵਾਨ ਜ਼ਖਮੀ ਹੋ ਗਏ ਨੇ। ਰੋਹਤਕ ਤੋਂ ਇਹ ਵੱਡੀ ਖਬਰ ਹੈ। ਫਾਇਰਿੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਇਹ ਆਪਸੀ ਝਗੜਾ ਹੋਇਆ, ਰਜਿਹਾ ਹੋਇਆ। ਪੈਸਿਆਂ ਦੇ ਲੈਣ ਦੇਣ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਹੈ। ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਹੈ ਜਿੱਥੇ ਕਿ ਇਹ ਤਾਬੜਤੋੜ ਫਾਇਰਿੰਗ ਦੀ ਖਬਰ ਇਸ ਵੇਲੇ ਦੀ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ। ਰੋਹਤਕ ਤੋਂ ਪੈਸਿਆਂ ਦੇ ਲੈਣ ਦੇਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਵਾਰਦਾਤ ਤੋਂ ਬਾਅਦ ਦੱਸਿए ਕਿ ਮੁਲਜ਼ਮ फरार हो गए ने। जख्मियां दा हस्पताल दे विच इलाज चल रहा है, यानी कि जख्मियां नूं हस्पताल च दाखिल करवा दिता गया है। पुलिस दे वल्लों दस्सिए कि मामले की जांच शुरू कर दी गई है, पर जेकर मुढली जो जानकारी साडे कोल सामने आ रही है तो वह है कि रोहतक दे विच महर्षि दयानंद यूनीवर्सिटी है जिथे कि ताबड़तोड़ फायरिंग हुई है। 4 नौजवानों के जख्मी होने की खबर है। धीरेन्द्र चौधरी ने फोन लाइन से ज्यादा जानकारी ली। धीरेन्द्र, क्या कुछ सारी जानकारी? देखिए, ये पैसे के लेन देन को लेकर ये आपसी झगड़ा हुआ था और कल रात की ये घटना है। एमडी यूनिवर्सिटी के अंदर कुछ युवक आपस में बातचीत कर रहे थे। इसी दौरान उनके बीच में कुछ कहासुनी हुई और कहासुनी की वजह ये बता रहे हैं कि कुछ पैसे का लेन देन था, जिसमें एक युवक ने टैच में आके रिवॉल्वर निकाल ली और ताबड़तोड़ फायरिंग कर दी। इस फायरिंग में 4 युवक जख्मी हुए हैं। हालांकि उनकी हालत खतरे से बाहर है, लेकिन अचानक से इस तरह का वाकया यूनिवर्सिटी के बीच में होने से हड़कंप मच गया और जो पुलिस है मौके पर पहुंची थी, एफएसएल की टीम भी मौके पर पहुंची। जो 4 युवक थे उनमें से एक एमडी यूनिवर्सिटी का स्टूडेंट ही है। बाकी पुलिस अभी तफ्तीश कर रही है कि इसकी वजह क्या रही और जो हमलावर है फरार होने में कामयाब हो गया था उसको पकड़ने के लिए भी टीम गठित की गई है। फिलहाल जो असली झगड़े की वजह थी उसका पता नहीं चल पाया, क्योंकि जो घायल हैं उनके भी बयान दर्ज नहीं हो पाए। जी बिल्कुल। और यूनिवर्सिटी की बात की जाए तो क्या कुछ प्रबंधक कह रहे हैं धीरेन्द्र? देखिए, प्रबंधन का कहना है कि जैसे ही हमें ये जानकारी मिली हमने तुरंत यूनिवर्सिटी के सभी गेट्स हैं उनको बंद करा दिया था और गेट बंद होने के बाद जो आरोपी थे वो गाड़ी को छोड़ के भाग गए, लेकिन जो उनकी गाड़ी थी वो पुलिस ने अपने कब्जे में ले ली है। अभी पता चल पाया कि वजह क्या रही और जो हमलावर था वो था कौन, क्योंकि बताया जा रहा कि जो जिनके ऊपर फायरिंग की है उसमें कुछ ऐसे लड़के भी थे जो उनको जानते नहीं थे, वो बीच में चपेट में आ गए थे। ठीक है। धन्यवाद धीरेन्द्र तमाम जानकारी के लिए। तो अनपछाते भी इंसान विच जिन्हां दे वल्लों फायरिंग की गई है। 4 नौजवान जख्मी ने, हालांकि वो खतरे तो बाहर दसे जा रहे हैं। बचा दी गल है, पर सवाल यह है कि कानून व्यवस्था किस तरह दे नाल डगमगाई है।